ये भारत जोड़ो यात्रा इसीलिए कर रहे हैं। नहीं वो दिखावेबाजी है। फैला रहे हो। बैठे बैठे आप लोग इस तरह की बातें कर रहे हैं। सारा देश भगतां दा ਆਪਾਂ ਕੱਲੇ ਗੁਜਰਾਤੀਆਂ ਨੂੰ ਦੇਸ਼ ਭਗਤ ਨਾ ਕਹੀਏ। सारा देश भगतां दा। पंजाबियों ने भी घट कुर्बानियां नहीं कीतियां। अभी आपने बैठे बैठे गुजरातियों को आपने गाली निकाल दी है। गाली नहीं है तो क्या है कि सारा जी जो भी रिसोर्सेज हैं गुजरातियों को दिया जा रहा है। 12 लाख गुजरातियों को। मतलब ये सबको हक है, सबको स्वतंत्रता है, ये है कि रंजन जी का कोई दिमाग नहीं है। नमस्कार, ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਗੱਲ ਕਰਾਂਗੇ ਗੁਜਰਾਤ ਤੇ ਹਿਮਾਚਲ ਤੇ ਦਿੱਲੀ ਦੇ ਇਲੈਕਸ਼ਨਾਂ ਦੀ। ਵੋਟਾਂ ਹੋ ਚੁੱਕੀਆਂ। ਕੱਲ ਗੁਜਰਾਤ ਦੇ ਵਿੱਚ ਦੂਸਰੇ ਦੌਰ ਦੀ ਵੋਟਿੰਗ ਹੋ ਚੁੱਕੀ ਹੈ, ਪਰ ਅਗਰ ਪਿਛਲੇ 2017 ਦੀ ਗੱਲ ਕਰੀਏ ਤਾਂ ਕੁੱਲ ਪਰਸੈਂਟੇਜ 5% ਘੱਟ ਵੋਟਿੰਗ ਹੋਈ ਹੈ। ਜੇ ਇਤਿਹਾਸ ਦੀ ਗੱਲ ਕਰੀਏ ਪਿਛਲੇ 5 ਵਾਰ ਜਿਹੜੀ ਵੋਟਿੰਗ ਹੋਈ ਆ, ਯਾਨੀ ਕਿ 25 ਸਾਲ ਦੇ ਵਿੱਚ ਅਗਰ ਲਾਈਏ ਤੇ 3 ਵਾਰ ਇਸ ਤਰੀਕੇ ਦਾ ਮੌਕਾ ਆਇਆ ਜੋ 3 ਵਾਰ ਵੋਟਿੰਗ ਪਰਸੈਂਟੇਜ ਘੱਟ ਹੋਈ ਆ। ਔਰ ਉਸ ਘੱਟ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਹਦੇ ਵਿੱਚ ਹਮੇਸ਼ਾ ਹੀ ਜਦੋਂ ਪੋਲਿੰਗ ਘੱਟ ਹੋਈ ਆ ਤੇ ਉਹਨਾਂ ਦੀਆਂ ਸੀਟਾਂ ਵੀ ਘੱਟ ਆਈਆਂ ਕਿ ਇਸ ਵਾਰ ਵੀ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਘੱਟ ਆਉਣਗੀਆਂ। ਐਗਜ਼ਿਟ ਪੋਲ ਦੇ ਸਰਵੇਖਣ ਹੋਏ ਨੇ, ਉਹਨਾਂ ਨੇ ਸਰਵੇ ਕੀਤੇ ਨੇ, ਅਲੱਗ-ਅਲੱਗ ਸਰਵੇਖਣ ਹੋਏ ਨੇ, ਚਾਹੇ ABP ਵੋਟਰ ਹੈ, ਚਾਹੇ ਨਿਊਜ਼ 24 ਚਨਕਿਆ ਹੈ, ਚਾਹੇ ਅੱਜ ਤੱਕ ਹੈ, ਚਾਹੇ ਰਿਪਬਲਿਕ ਹੈ, ਹੋਰ ਵੀ ਬਹੁਤ ਸਾਰੇ ਏਜੰਸੀਜ਼ ਨੇ ਇਹਦਾ ਸਰਵੇਖਣ ਕੀਤਾ। ਅੱਜ ਸਾਰੇ ਮੀਡੀਆ ਵਿੱਚ ਵੀ ਤੇ ਪੇਪਰਾਂ ਵਿੱਚ ਵੀ ਇਹ ਖੁਲਾਸੇ ਹੋ ਚੁੱਕੇ ਨੇ। ਔਰ ਸਭ ਤੋਂ ਜ਼ਿਆਦਾ ਅਗਰ ਗੱਲ ਕਰੀਏ ਗੁਜਰਾਤ ਦੇ ਵਿੱਚ 150 ਸੀਟਾਂ ਦੇ ਰਿਹਾ ਐਗਜ਼ਿਟ ਪੋਲ ਨਿਊਜ਼ 24 ਤੇ ਸਭ ਤੋਂ ਘੱਟ ABP ਸਰਵੇ ਜਿਹੜਾ ਕੀਤਾ ਗਿਆ ਉਹਦੇ ਵਿੱਚ 138 ਦੇ ਕਰੀਬ ਜਿਹੜਾ ਹੈ 28 ਤੋਂ 138 ਦੇ ਕਰੀਬ ਦਿੱਤਾ ਗਿਆ। ਇਟ ਮੀਨਸ 128 ਘੱਟ ਤੋਂ ਘੱਟ ਹੈ ਤੇ ਜ਼ਿਆਦਾ ਤੋਂ ਜ਼ਿਆਦਾ 150 ਸੀਟਾਂ ਗੁਜਰਾਤ ਵਿੱਚ ਐਗਜ਼ਿਟ ਪੋਲ ਦੇ ਰਿਹਾ। ਅਗਰ ਹਿਮਾਚਲ ਦੀ ਗੱਲ ਕਰ ਲਈਏ ਤੇ ਹਿਮਾਚਲ ਦੇ ਅੰਦਰ ਵੀ ਕਾਂਟੇ ਦੀ ਟੱਕਰ ਦਿਖਾਈ ਜਾ ਰਹੀ ਹੈ BJP ਅਤੇ ਕਾਂਗਰਸ ਦੇ ਵਿੱਚ। ਪਿੱਛੇ ਹਿਮਾਚਲ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੇ ਹੁਣ ਦੋਨਾਂ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਜਾਦੂਈ ਅੰਕੜਾ ਹੈ ਹਿਮਾਚਲ ਦੇ ਵਿੱਚ 35 ਦਾ ਕੋਈ ਵੀ ਛੂੰਹਦਾ ਨਜ਼ਰ ਆ ਨਹੀਂ ਰਿਹਾ। ਹਾਲਾਂਕਿ ਗੁਜਰਾਤ ਦੇ ਵਿੱਚ 92 ਦਾ ਜਾਦੂਈ ਅੰਕੜਾ ਜਿਹਦੀ ਤੁਸੀਂ ਸਰਕਾਰ ਬਣਾ ਸਕਦੇ ਆ, ਉਹ ਤਾਂ ਭਾਰਤੀ ਜਨਤਾ ਪਾਰਟੀ ਬੜੇ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਨਜ਼ਰ ਆ ਰਹੀ ਆ। ਪਰ ਇਹ ਐਗਜ਼ਿਟ ਪੋਲ ਨੇ, ਇਤਿਹਾਸ ਗਵਾਹ ਆ। ਕਈ ਵਾਰ ਐਗਜ਼ਿਟ ਪੋਲ ਫੇਲ ਹੁੰਦੇ ਵੀ ਨਜ਼ਰ ਆਏ ਔਰ ਕਈ ਵਾਰ ਐਗਜ਼ਿਟ ਪੋਲ ਹੂਬਹੂ ਸਾਬਤ ਹੁੰਦੇ ਵੀ ਨਜ਼ਰ ਆਏ। ਗੱਲ ਕਰ ਲੈਂਦੇ ਆ ਅੱਜ ਪੈਨਲ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕੀ ਦੋਨਾਂ ਸਟੇਟਾਂ ਦੇ ਵਿੱਚ ਤੇ ਦਿੱਲੀ ਦੀ ਜਿਹੜੀ ਕਾਰਪੋਰੇਸ਼ਨ ਇਲੈਕਸ਼ਨ ਹੈ, MCD ਦੇ ਇਲੈਕਸ਼ਨ ਹੈ, ਉੱਥੇ ਦੇ ਕੀ ਸਰਵੇ ਆ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਿੰਦੇ ਆ। ਉੱਥੇ ਆਮ ਆਦਮੀ ਪਾਰਟੀ ਨੂੰ ਇੱਕੋ ਇੱਕ ਹੰਗਾਰਾ ਮਿਲ ਰਿਹਾ ਕਿਉਂਕਿ ਨਾ ਹਿਮਾਚਲ 'ਚ ਹੰਗਾਰਾ ਮਿਲ ਰਿਹਾ, ਨਾ ਹੀ ਗੁਜਰਾਤ ਦੇ ਵਿੱਚ ਮਿਲ ਰਿਹਾ। ਇਸ ਕਰਕੇ ਲੱਗਦਾ ਭਈ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਅਗਰ ਲੱਗੇਗਾ, ਕਾਂਗਰਸ ਨੂੰ ਅਗਰ ਦੁਬਾਰਾ ਝਟਕਾ ਲੱਗੇਗਾ ਤਾਂ ਆਮ ਆਦਮੀ ਪਾਰਟੀ ਤੋਂ ਲੱਗੇਗਾ MCD ਚੁਣਾਵਾਂ ਦੇ ਵਿੱਚ। ਹੁਣ ਦੇਖਣਾ ਹੋਊਗਾ ਕਿ ਐਗਜ਼ਿਟ ਪੋਲ ਕਿੰਨੇ ਕੁ ਸਹੀ ਹਨ। ਆਓ ਪਹਿਲਾਂ ਡਿਸਕਸ ਕਰਦੇ ਤੇ ਚਰਚਾ ਕਰ ਲੈਂਦੇ ਆ। ਮੇਰੇ ਨਾਲ ਕਾਂਗਰਸ ਦੇ ਪੈਨਲ ਦੇ ਵਿੱਚ ਸੀਨੀਅਰ ਸਪੋਕਸਮੈਨ ਬੈਠੇ ਨੇ ਵਿਨੋਦ ਭਾਰਤੀ ਜੀ। ਭਾਰਤੀ ਜੀ ਬਹੁਤ ਬਹੁਤ ਸਵਾਗਤ ਹੈ। ਔਰ ਮੇਰੇ ਨਾਲ ਬੈਠੇ ਨੇ ਰਾਜਨੀਤਿਕ ਵਿਸ਼ੇਸ਼ज्ञ ਕੁੰਵਰ ਰੰਜਨ ਜੀ। ਰੰਜਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੈ ਹਿੰਦ। ਪਹਿਲਾਂ ਗੱਲ ਕਰ ਲੈਂਦੇ ਹਾਂ ਭਾਰਤੀ ਤੋਂ ਸਟਾਰਟ ਕਰ ਲੈਂਦੇ ਹਾਂ। ਭਾਰਤੀ ਜੀ, ਤੁਹਾਡੇ ਸਿਪਾਹ ਸਲਾਰ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਨਜ਼ਰ ਨਹੀਂ ਆਏ ਔਰ ਜਿਸ ਤਰੀਕੇ ਦੀ ਪਰਫਾਰਮੈਂਸ ਐਗਜ਼ਿਟ ਪੋਲ ਦੱਸ ਰਿਹਾ ਉੱਦਾਂ ਦੀ ਪਰਫਾਰਮੈਂਸ ਵੀ ਨਜ਼ਰ ਨਹੀਂ ਆ ਰਹੀ। ਕਿ ਗੁਜਰਾਤ ਦੇ ਅੰਦਰ ਤੁਸੀਂ ਇਸ ਇਲੈਕਸ਼ਨ ਨੂੰ ਸੀਰੀਅਸ ਨਹੀਂ ਲਿਆ ਕਿਉਂਕਿ ਉਹ ਤੁਹਾਡੇ ਸਿਪਾਹ ਸਲਾਰ ਔਰ ਤੁਹਾਡੀ ਟੀਮ ਜਿਹੜੀ ਹੈ ਭਾਰਤ ਜੋੜੋ ਵਿੱਚ ਜ਼ਿਆਦਾ ਜਿਹੜਾ ਹੈ ਉਹ ਤਵੱਜੋ ਦਿੱਤੀ ਹੈ। ਉਹਦੇ ਵਿੱਚ ਜ਼ਿਆਦਾ ਮੈਨੂੰ ਲੱਗਦਾ ਭਈ ਖਿਆਲ ਕਰਦੀ ਹੈ ਵੀ ਭਾਰਤ ਜੋੜਨ ਨਾਲ ਹੀ ਸ਼ਾਇਦ ਸਾਡੇ ਸਾਰੇ ਰਾਜ ਜਿੱਤਣਗੇ। ਮੇਰੇ ਸਾਹਿਬ, ਜਿੱਥੋਂ ਤੱਕ ਤਾਂ ਸਵਾਲ ਹੈ ਵੀ ਸਾਡੀ ਕਾਂਗਰਸ ਪਾਰਟੀ ਨੇ ਤੁਸੀਂ ਕਹੋਗੇ ਵੀ ਉਹਦਾ ਸੀਰੀਅਸਲੀ ਨਹੀਂ ਲਿੱਤਾ ਗੁਜਰਾਤ ਇਲੈਕਸ਼ਨ। ऐसी तो कोई एग्जिट पोल दस रहे मैं नहीं कह ऐसी कोई गल नहीं है जी। साडे नवनियुक्त प्रधान
ਸ਼੍ਰੀ ਖੜਗੇ ਜੀ ਜੀ ਨੇ ਸਪੈਸ਼ਲੀ ਉੱਥੇ ਟਾਈਮ ਦਿੱਤਾ। ਰਾਜਸਥਾਨ ਦੇ ਚੀਫ ਮਿਨਿਸਟਰ ਅਸ਼ੋਕ ਗਹਿਲੋਤ ਜੀ ਉੱਥੇ ਰਹੇ ਔਰ ਉਹਨਾਂ ਨੇ ਉੱਥੇ ਜਾ ਕੇ ਆਪਣੇ ਵਰਕਰਸ ਦਾ ਜਿਹੜਾ ਬੀਜੇਪੀ ਨੇ ਉਹਨਾਂ ਦੇ ਅੰਦਰ ਖੌਫ ਬਣਾਇਆ ਹੋਇਆ ਸੀ, ਉਹਨਾਂ ਨੂੰ ਡਰਾ ਕੇ ਰੱਖਿਆ ਹੋਇਆ ਸੀ, ਉਹਦੇ ਤੋਂ ਉਭਾਰਿਆ ਔਰ ਉਹਨਾਂ ਨੂੰ ਸੰਘਰਸ਼ ਦੇ ਰਾਹ ਤੇ ਲੈ ਕੇ ਆਏ, ਬਰਾਬਰ ਦੀ ਲੜਾਈ ਲੜੀ। ਔਰ ਬੀਜੇਪੀ ਨੇ ਤਾਂ ਇੰਨਾ ਪ੍ਰੈਸ਼ਰ ਰੱਖਿਆ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਵੀ ਸਾਡੇ ਸਪੋਕਸਮੈਨ ਦੱਸ ਰਹੇ ਸੀ ਕਿ ਉੱਥੇ ਇੱਕ ਸਾਡਾ ਕੈਂਡੀਡੇਟ ਸੀ, ਉਹਨੂੰ ਕਿਡਨੈਪ ਕਰ ਲਿਆ ਗਿਆ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ। ਉੱਥੇ ਇੰਨਾ ਖੌਫ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਬੀਜੇਪੀ ਵੱਲੋਂ। ਦੂਜੀ ਗੱਲ ਜਿਹੜੀ ਭਾਰਤ ਜੋੜੋ ਯਾਤਰਾ ਦਾ ਰਾਹੁਲ ਗਾਂਧੀ ਜੀ ਜੋ ਉਹ ਚੱਲੇ ਹੋਏ ਆ 3570 ਕਿਲੋਮੀਟਰ ਦੀ ਯਾਤਰਾ ਕੰਪਲੀਟ ਕਰਨੀ ਹੈ ਉਹਨਾਂ ਨੇ, ਔਰ ਉਹ ਜਿਹੜਾ ਉਹ ਆਲਰੇਡੀ ਗੁਜਰਾਤ ਦੇ ਇਲੈਕਸ਼ਨ ਦੀ ਡੇਟ ਅਨਾਉਂਸ ਹੋਣ ਤੋਂ ਪਹਿਲਾਂ ਉਹ ਪ੍ਰੋਗਰਾਮ ਅਨਾਉਂਸ ਹੋ ਚੁੱਕਿਆ ਸੀ। ਔਰ ਇਸ ਕਰਕੇ ਉਹ ਕਿਉਂਕਿ ਜੋ ਮਕਸਦ ਹੈ ਉਹਨਾਂ ਦਾ ਰਾਹੁਲ ਗਾਂਧੀ ਜੀ ਦਾ ਕਿ ਜਿਹੜੀ ਦੇਸ਼ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ, ਨਫ਼ਰਤ ਦੀ ਦੀਵਾਰ ਡੇ ਬਾਈ ਡੇ ਵੱਡੀ ਹੁੰਦੀ ਜਾ ਰਹੀ ਹੈ। ਕੌਣ ਫੈਲਾ ਰਿਹਾ? ਉਸ ਬੀਜੇਪੀ ਫੈਲਾ ਰਹੀ और कौन फैला रहा है? साहब को ना नफरत दीवार। और उस दीवार ਨੂੰ ਢਾਣਾ ਬੜਾ ਜ਼ਰੂਰੀ ਸੀ। ਮਹਿੰਗਾਈ, ਬੇਰੁਜ਼ਗਾਰੀ ਵਰਗੇ ਜਿਹੜੇ ਮੂੰਹ ਬਾਏ ਖੜੀ ਹੈ, ਦੇਸ਼ ਦੀ ਤਰੱਕੀ ਦੇ ਰਾਹ 'ਚ ਰੋੜਾ ਬਣੀ ਹੋਈ ਹੈ, ਸਰਕਾਰ ਦਾ ਉਧਰ ਕੋਈ ਧਿਆਨ ਨਹੀਂ। ਸਰਕਾਰ ਬੀਜੇਪੀ ਦੀ ਕੇਂਦਰ ਵਿੱਚ ਬਹਿ ਕੇ ਸਵਾਏ ਝੂਠੇ ਵਾਅਦੇ ਕਰਨ ਤੋਂ ਪਹਿਲਾਂ ਕਹਿੰਦੇ ਜੀ 2 ਕਰੋੜ ਨੌਕਰੀਆਂ ਹਰ ਸਾਲ ਦੇਵਾਂਗੇ। ਇਹਨਾਂ ਨੇ 2 ਕਰੋੜ ਨੌਕਰੀਆਂ ਦਾ ਕੀ ਦੇਣੀਆਂ ਸੀ? ਲੱਖਾਂ ਲੋਕ ਬੇਰੁਜ਼ਗਾਰ ਕਰਤੇ, ਰੇਲਵੇ ਵੇਚਤੀ, ਏਅਰਪੋਰਟਾਂ ਵੇਚਤੀਆਂ, ਪੋਰਟਾਂ ਵੇਚਤੀਆਂ ਔਰ PSU ਵੇਚਤੇ, ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਬੜੀ ਮਿਹਨਤ ਦੇ ਨਾਲ, ਇੰਦਰਾ ਗਾਂਧੀ ਜੀ ਨੇ, ਰਾਜੀਵ ਗਾਂਧੀ ਜੀ ਨੇ ਔਰ ਲਾਲ ਬਹਾਦਰ ਸ਼ਾਸਤਰੀ ਜੀ ਨੇ, ਜਦ ਈਵਨ ਦੈਨ ਕਿ ਡਸਾਈ ਸਾਹਿਬ ਨੇ ਵੀ ਬੜੀ ਮਿਹਨਤ ਨਾਲ ਬਣੀਆਂ ਸੀ PSU, ਉਹ ਵੀ ਸੇਲ ਕਰਤੀਆਂ। ਜਿਹੜੀਆਂ PSU ਸੀਗੀਆਂ ਇਹ ਕਹਿੰਦੇ ਕਿ ਵੀ ਪ੍ਰੋਫਿਟ ਮੇਕਿੰਗ ਨਹੀਂ ਸੀ। ਸਰਕਾਰਾਂ ਕਦੀ ਵਪਾਰ ਨਹੀਂ ਕਰਦੀਆਂ ਹੁੰਦੀਆਂ, ਸਰਕਾਰਾਂ ਹਮੇਸ਼ਾ ਕੰਮ ਦਿੰਦੀਆਂ ਨੇ ਆਪਣੇ ਆਵਾਮ ਨੂੰ ਤਾਂ ਕਿ ਲੋਕ ਬੇਰੁਜ਼ਗਾਰ ਨਾ ਰਹਿਣ। ਉੱਥੇ ਸਰਕਾਰਾਂ ਨੇ ਪ੍ਰੋਫਿਟ ਨਹੀਂ ਕਮਾਣੇ, ਸਰਕਾਰਾਂ ਨੇ ਰੁਜ਼ਗਾਰ ਦੇਣਾ। ਚਲੋ ਭਾਰਤ ਜੀ, ਮੈਂ ਇਸ ਮੁੱਦੇ ਤੇ ਜਿਹੜੀ ਗੱਲ ਕਰ ਰਿਹਾ ਸੀ, ਮੈਂ ਕਹਿੰਦਾ ਗੁਜਰਾਤ ਦੇ ਅੰਦਰ ਅਗਰ ਤੁਸੀਂ ਕਹਿੰਦੇ ਪੂਰੇ ਦੁਨੀਆ ਆਪਣੇ ਦੇਸ਼ ਦੇ ਅੰਦਰ ਕਾਂਗਰਸ ਨੇ ਇੰਨਾ ਕੰਮ ਕੀਤਾ ਸੀ ਤੇ ਫਿਰ ਕਾਂਗਰਸ ਨੂੰ ਆਪਣੀ ਮੂੰਹ ਦੀ ਖਾਣੀ ਕਿਉਂ ਪਈ? ਕਾਂਗਰਸ ਮੁਕਤ ਇਸ ਵੇਲੇ ਭਾਰਤ ਕਿਉਂ ਹੋ ਰਿਹਾ? ਕਿਉਂਕਿ ਗੁਜਰਾਤ ਦੇ ਅੰਦਰ ਤੁਹਾਡੇ ਜਿਹੜੇ ਇਸ ਵੇਲੇ ਪੋਜੀਸ਼ਨ ਹੈ, ਜੋ ਪਰਫਾਰਮੈਂਸ ਹੈ, ਉਹ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ। ਮੇਰਾ ਮੁੱਦਾ ਇਹ ਹੈ ਕਿ ਵਾਕਈ ਰਾਹੁਲ ਗਾਂਧੀ ਆਪਣੇ ਤੇ ਇਹ ਬਲੇਮ ਨਹੀਂ ਦੇਣਾ ਚਾਹੁੰਦਾ ਸੀ ਤਾਂ ਭਾਰਤ ਜੋੜੋ ਯਾਤਰਾ ਦੇ ਵਿੱਚ ਰਹੇ, ਜਾਂ ਇੱਧਰ ਹੋਰ ਦੂਸਰੇ ਜਿਹੜੇ ਨੇਤਾ ਤੁਸੀਂ ਨਮਨਯੁਕਤ ਕਹਿੰਦੇ ਆ, ਖੜਗੇ ਸਾਹਿਬ ਤਾਂ ਜਿਹੜੀ ਭਾਸ਼ਾ ਬੋਲ ਰਹੇ ਆ ਆਪਣੇ ਪ੍ਰਾਈਮ ਮਿਨਿਸਟਰ ਨੂੰ, ਉਹ ਵੀ ਤੁਸੀਂ ਸੁਣ ਲਈ ਹੋਣੀ ਆ। ਰਾਵਣ ਦੀ ਜਾਂ ਕਿਸੇ ਹੋਰ ਦੇ ਤੁਹਾਡੇ ਬੰਦਿਆਂ ਨੇ ਬਹੁਤ ਜਿਹੜੀ ਜਿਹੜੀ ਸ਼ਬਦਾਵਲੀ ਆ ਉਹ ਬਹੁਤ ਵਧੀਆ ਨਹੀਂ ਵਰਤੀ। ਲੇਕਿਨ ਕੀ ਸਮਝਦੇ ਹੋ ਤੁਸੀਂ ਵੀ ਕੀ ਕਮੀ ਰਹਿ ਗਈ? ਐਗਜ਼ਿਟ ਪੋਲ ਜੋ ਦੱਸ ਰਿਹਾ, ਸਾਰੇ ਦੇ ਸਾਰੇ, ਇੱਕ ਨਹੀਂ ਦੱਸ ਰਿਹਾ, 6 ਦੇ 6 ਦੱਸ ਰਿਹਾ ਵੀ ਕਾਂਗਰਸ ਗੁਜਰਾਤ ਦੇ ਅੰਦਰ ਸਰਕਾਰ ਨਹੀਂ ਬਣਾ ਰਹੀ। ਆਮ ਆਦਮੀ ਪਾਰਟੀ ਦਾ ਨਵਾਂ ਚਿਹਰਾ ਸੀ, ਨਵੇਂ ਵਿਕਲਪ ਸੀਗੇ, ਉਹਨੂੰ ਵੀ ਸ਼ਾਇਦ ਲੋਕਾਂ ਨੇ ਮੂੰਹ ਨਹੀਂ ਲਗਾਇਆ। ਦੇਖੋ ਜਿਹੜਾ ਖੜਗੇ ਸਾਹਿਬ ਹੈ ਉਹ ਲਗਭਗ 13-14 ਇਲੈਕਸ਼ਨ ਲੜ ਚੁੱਕੇ ਔਰ ਜਿੱਤ ਚੁੱਕੇ ਹੈ ਔਰ ਬੜੇ ਹੀ ਸੁਲਝੇ ਹੋਏ ਸਿਆਣੇ ਸਮਝਦਾਰ ਪਾਰਲੀਮੈਂਟਰੀਅਨ ਨੇ। ਪਰ ਸ਼ਬਦਾਵਲੀ ਸਮਝੇ ਵਾਲੀ ਨਹੀਂ ਵਰਤੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਜਿਹੜੀ ਸ਼ਬਦਾਵਲੀ ਦੀ ਤੁਸੀਂ ਗੱਲ ਕਰਦੇ ਹੋ, ਕਿਉਂਕਿ ਬੀਜੇਪੀ ਦੀ ਜਿਹੜੀ ਇੱਕ ਨੀਤੀ ਰਹੀ ਹੈ, ਆ ਨੀਤੀ ਉਹਨੂੰ ਕਹਿ ਸਕਦੇ ਹਾਂ ਕਿ ਦੂਸਰੇ ਦੀ ਗੱਲ ਫੜ ਲੈਣੀ ਔਰ ਆਪਣੀ ਜ਼ੁਬਾਨ ਤੇ ਇਹਨਾਂ ਦਾ ਕਿੰਨਾ ਕੁ ਕੰਟਰੋਲ ਹੈ। ਉਹਨਾਂ ਨੇ ਇਹ ਕਿਹਾ ਸੀ ਕਿ ਰਾਵਣ ਵਰਗਾ ਰਾਜ ਹੈ ਉਹਨਾਂ ਨੇ, ਤੇ ਇਹਨਾਂ ਨੇ ਗੱਲ ਚੱਕ ਲਈ ਕਿ ਜੀ ਗੁਜਰਾਤ ਦੀ ਬੇਇੱਜ਼ਤੀ ਕਰਤੀ, ਗੁਜਰਾਤ ਦੇ ਬੇਟੇ ਨੂੰ ਰਾਵਣ ਕਹਿਤਾ, ਉਹ ਇਹਨਾਂ ਨੇ ਪ੍ਰਾਪੇਗੰਡਾ ਕਰਤਾ। ਪ੍ਰਾਪੇਗੰਡਾ ਕਰਨ 'ਚ ਤਾਂ ਇਹ ਹਮੇਸ਼ਾ ਹੀ ਕਿਉਂਕਿ ਇਹਨਾਂ ਦਾ ਆਪਣੀ ਜ਼ੁਬਾਨ ਤੇ ਤਾਂ ਕੰਟਰੋਲ ਹੈ ਨਹੀਂ। ਕਦੀ ਜਰਸੀ ਗਾਏ, ਕਦੀ ਪੱਪੂ, ਤੇ ਕਦੀ ਉਹਨਾਂ ਬਾਰੇ ਕਈ ਸ਼ਬਦ ਯੂਜ਼ ਕੀਤੇ ਗਏ। ਜਦ ਇਹਨਾਂ ਦੇ ਇੱਕ MP ਨੇ ਬਿਹਾਰ ਵਿੱਚ ਕਿਹਾ ਕਿ ਜਿਹਨੇ ਸਾਨੂੰ ਵੋਟ ਪਾਣੀ ਪਾਓ, ਜਿਹਨੇ ਸਾਨੂੰ ਨਹੀਂ ਪਾਣੀ ਉਹ ਪਾਕਿਸਤਾਨ ਚਲੇ ਜਾਓ, ਉਹਨੂੰ ਮਿਨਿਸਟਰ ਬਣਾਤਾ ਇਹਨਾਂ ਨੇ। ਫਿਰ ਇਹਨਾਂ ਦੀ ਇੱਕ ਨੇਤਾ ਸੀਗੀ, ਉਹਨੇ ਕਿਹਾ ਜੀ ਜਿਹੜੇ ਅਸੀਂ ਰਾਮਜ਼ਾਦੇ ਹਾਂ ਤੇ ਜਿਹੜੇ ਸਾਡੇ ਖਿਲਾਫ ਨੇ ਇਹ ਹਰਾਮਜ਼ਾਦੇ ਨੇ, ਉਹਨੂੰ ਵੀ ਮਿਨਿਸਟਰ ਬਣਾਤਾ। ਮਤਲਬ ਇਹ ਹੈ ਕਿ ਇਹਨਾਂ ਦੀ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਹੈ, ਦੂਜਿਆਂ ਦਾ ਪ੍ਰਾਪੇਗੰਡਾ ਕਰਨਾ ਹੈ। ਕਿਉਂਕਿ ਗੋਦੀ ਮੀਡੀਆ ਇਹਨਾਂ ਦੇ ਨਾਲ ਹੈ। ਆ ਜਿਹੜੀ ਤੁਸੀਂ
ਐਗਜ਼ਿਟ ਪੋਲ ਵੀ ਹੈ, ਸਾਰੇ ਦਾ ਸਾਰਾ ਗੋਦੀ ਮੀਡੀਆ ਇਹਨਾਂ ਦੇ ਮਗਰ ਲੱਗਿਆ ਹੋਇਆ। ਤੁਸੀਂ ਨਹੀਂ ਮੰਨਦੇ? ਬਿਲਕੁਲ ਨਹੀਂ ਮੰਨਦੇ ਇਹਨੂੰ, ਕਿਸੇ ਐਗਜ਼ਿਟ ਪੋਲ ਨੂੰ ਨਹੀਂ ਮੰਨਦੇ? ਨਹੀਂ, ਅਸੀਂ ਕਿਸੇ ਐਗਜ਼ਿਟ ਪੋਲ ਨੂੰ ਨਹੀਂ ਮੰਨਦੇ। ਔਰ ਤੁਹਾਨੂੰ ਮੈਂ ਲਿਖ ਕੇ ਦੇਣ ਲਈ ਤਿਆਰ ਹਾਂ ਕਿ ਹਿਮਾਚਲ ਵਿੱਚ ਸਰਕਾਰ ਜਿਹੜੀ ਆ ਕਾਂਗਰਸ ਦੀ ਬਣਨ ਜਾ ਰਹੀ ਹੈ। ਇਹ ਚਾਹੇ ਜੋ ਲੱਖ ਇਹਦਾ ਮਤਲਬ ਟੱਕਰ ਨਹੀਂ ਹੈ ਕਾਂਟੇ ਦੀ, ਸਵੀਪ ਹੈ। ਦੇਖੋ ਹਰ ਇਲੈਕਸ਼ਨ 'ਚ ਟੱਕਰ ਹੁੰਦੀ ਹੈ ਪਾਰਟੀਆਂ ਦੀ, ਗੁਜਰਾਤ 'ਚ ਵੀ ਅਸੀਂ ਟੱਕਰ ਦੇ ਰਹੇ ਹਾਂ। ਦੇਖੋ ਭਾਰਤ ਜੀ ਉਹੀ ਸਰਵੇ ਜਿਹੜੇ ਸਰਵੇਖਣ ਕਰ ਆਪਣੀ ਟੀਮਸ ਕਰ ਰਹੀਆਂ, ਜਿੰਨੇ ਵੀ ਉਹਨਾਂ ਨੇ ਹੀ ਗੁਜਰਾਤ ਦਾ ਸਰਵੇਖਣ ਦਿੱਤਾ, ਉਹਨਾਂ ਨੇ ਹਿਮਾਚਲ ਦਿੱਤਾ। ਅੱਜ ਤੁਸੀਂ ਹਿਮਾਚਲ ਦਾ ਸਰਵੇਖਣ ਮੰਨਦੇ ਹੋ ਤੇ ਗੁਜਰਾਤ ਦਾ ਨਹੀਂ ਮੰਨਦੇ ਹੋ, ਮਤਲਬ ਉਹਨਾਂ ਨੇ ਸਰਵੇਖਣ ਵਾਲਿਆਂ ਨੇ, ਸਰਵੇ ਕਰਨ ਵਾਲਿਆਂ ਨੇ ਇਹ ਤਾਂ ਕਿਹਾ ਵੀ ਉੱਥੇ ਕਾਂਟੇ ਦੀ ਟੱਕਰ ਹੈ। ਇਹ ਨਹੀਂ ਕਹਿੰਦੇ ਵੀ ਉੱਥੇ ਕਾਂਗਰਸ ਦੀ ਸਰਕਾਰ ਬਣੇਗੀ, ਕਿਉਂਕਿ ਉੱਪਰ ਬੈਠੇ ਆ, ਉਹਨਾਂ ਦੇ ਹੱਥ 'ਚ ਉਹਨਾਂ ਨੂੰ ਪਤਾ ਵੀ ਹੰਟਰ ਹੈ। ਉਹ ਜੇ ਉਹਨਾਂ ਦੇ ਖਿਲਾਫ ਕੁਝ ਕਹਿਣਗੇ ਤਾਂ ਉਹ, ਕਿਉਂਕਿ ਆਪਾਂ NDTV ਦਾ ਹਾਲ ਦੇਖਿਆ, NDTV ਨੇ ਕਦੀ ਨਹੀਂ ਝੁਕਿਆ ਇਹਨਾਂ ਦੇ ਸਾਹਮਣੇ। BJP ਨੇ ਅਲਟੀਮੇਟਲੀ ਉਹਨਾਂ ਨੂੰ ਕਹਿੰਦੇ ਸੀ ਵੀ ਇਹ ਪੱਤਰਕਾਰ ਕੱਢ ਦਿਓ ਇੱਕ, ਉਹਨਾਂ ਨੇ ਨਹੀਂ ਕੱਢਿਆ। ਉਹਨਾਂ ਨੇ ਆਪਣੇ ਰੁਪਈਏ ਦੇ ਜ਼ੋਰ ਦੇ ਨਾਲ ਉਹ ਚੈਨਲ ਹੀ ਖਰੀਦ ਲਿਆ। ਸੋ ਲੋਕਤੰਤਰ ਅੱਜ ਹਿੰਦੁਸਤਾਨ ਦਾ ਖਤਰੇ 'ਚ ਹੈ। ਜੇ ਉਹਨੂੰ ਬਚਾ ਸਕਦੀ ਹੈ ਤਾਂ ਸਿਰਫ ਕਾਂਗਰਸ ਬਚਾ ਸਕਦੀ ਹੈ। ਇਹ BJP ਦਾ ਨਾ ਇੰਟਰਸਟ ਹੈ ਲੋਕਤੰਤਰ ਬਚਾਉਣ ਵਿੱਚ, ਇਹਨਾਂ ਦਾ ਤਾਂ ਠੋਕਤੰਤਰ ਹੈ, ਡੈਮੋਕ੍ਰੇਸੀ ਦੀ ਜਗ੍ਹਾ ਡਾਂਗੋਕ੍ਰੇਸੀ ਹੈ। ਹਾਂਜੀ, ਕੁੰਵਰ ਰੰਜਨ ਜੀ, ਕੀ ਵਾਕਈ ਅਗਰ ਲੋਕਤੰਤਰ ਨੂੰ ਇਸ ਵੇਲੇ ਖਤਰਾ ਹੈ ਤਾਂ BJP ਤੋਂ ਖਤਰਾ ਹੈ? ਭਾਰਤੀ ਜੀ ਕਹਿੰਦੇ ਜੇ ਬਚਾ ਸਕਦੀ ਹੈ ਤੇ ਕਾਂਗਰਸ ਬਚਾ ਸਕਦੀ ਹੈ। ਕਾਂਗਰਸ ਬਚਾ ਸਕਦੀ ਹੈ? मेरा साहब एग्जिट पोल बारे पहले दस दो, फिर इन्होंने आंसर दे देना। एग्जिट पोल आपके सामने ही है और हमेशा, खासकर जो आप न्यूज़ 24 की बात करेंगे तो बिल्कुल सटीक उनका हमेशा ही रहा है। और सबसे ज्यादा निकाल लो, सबसे ज्यादा दी है उन्होंने, क्या 150 सीट आ जाएगी? निश्चित है, हम लोग भी, भारती जी को भी अंदर से पता है, पुराने पॉलिटिशियन है। 150, 130 to 50 लोग दिखा रहे हैं, लेकिन जहां तक मेरा और दिख रहा है सामने कि गुजरात ऐसा स्टेट है, प्रांत है भारत में जिसने हमेशा भारत का मार्गदर्शन किया है, और जैसे गुजरात चला है वैसे उसका प्रभाव पूरे भारत, पूरे देश में हुआ है। समझिए कि ये जो गुजरात का चुनाव है, ऐसा तो हिमाचल में दोनों जगह मेरी दृष्टि से सर्वे भी आ रहा है और मेरी दृष्टि से भी दोनों जगह BJP की सरकार बननी जा रही है। और बहुत ही, जैसे हिमाचल में भी जो दिखाया जा रहा है उससे कहीं ज्यादा बेहतर स्थिति होगी। और गुजरात का तो आप देख ही रहे हो, 150 प्लस, 150 नहीं मान रहे आप, आ जाने तो एक दिन रह गया, आप इंतजार करिए। 8 तारीख दोपहर के बाद आप देखेंगे कि गुजरात में वह 150 से ज्यादा सीटें BJP जीतेंगी। और ये कहीं ना कहीं आने वाला जो चुनाव है 2024 का, उसके लिए संकेत है, क्योंकि एक उन्होंने वहां का फतवा जारी किया है गुजरात में, क्योंकि गुजरात के लोग देशभक्त लोग हैं। और हमेशा ही, अगर इतिहास हम उतने लंबे में नहीं जाएंगे, लेकिन आप देखोगे कि जब भी आज़ादी से पहले या आज़ादी के बाद लगातार गुजरात ने हमेशा भारत को एक नई दिशा देने का कार्य किया है। और आज मोदी जी भी आप देख रहे हो कि गुजरात में उन्होंने काम किया, और उसके बाद पूरे देश में लोगों ने उनको स्वीकार किया। उनकी स्वीकृति आज देश से पूरे विश्व में है, हम सबको दिख रहा है। तो निश्चित तौर से जो गुजरात का फतवा है वो 2024 के लिए पूर्ण बहुमत से और एक ऐतिहासिक जीत मैं समझता हूँ कि गुजरात में BJP की होने वाली है। और उसका प्रभाव आपको आने वाले दिनों में, आने वाले चुनावों में और 2024 में आप पूर्ण रूप से देखेंगे। तो मैं आज की बात कर रहा हूँ, मैं अगर इतिहास की बात करें तो 3 बार ऐसा हुआ है, आपकी बात कर रहा हूँ भाई, जितनी बार 3% घटी है उन्नी बार BJP दी सीटां घटियां, कोई सत्ताधारी जिहड़ी पार्टी हुंदी है और ते इनकन्वेंसी वोटिंग हुंदी है। इस करके कि समझदे हो 99 पहलां तुहाडे कोल वोटां सीगीआं, सीटां सीगीआं, ते हुण अगर 5% जिहड़ी वोटिंग घटी है कि 99 तो सीटां घट सकदियां, ये भी बहुत बड़ा सवाल है। जब कि तुसी 130 तो 150 ते बैठे हो, ये किस तरह पॉसिबल हो सकता? 130 से 150 जो आपके सर्वे हैं वो बता रहे हैं, मैं स्पष्ट तौर से अभी भी बता रहा हूँ कि 150 प्लस 150 to 160 तक गुजरात में स्पष्ट रूप से दिख जाएगा एक दिनों बाद। और जो आप परसेंटेज की बात कर रहे हो, आप बेफिक्र हो जाए, क्योंकि जो पिछली बार इन लोगों ने, विपक्षियों ने वहां पर हालात बनाने की कोशिश की, आप सभी जानते हो कि किस तरह गुजरात में एक जातिवाद का समीकरण लेकर, हिंदू विरोध को लेकर, आपस में लोगों को लड़ाने का, उलझाने का जो कार्य हुआ, उससे ज़रूर थोड़ा फर्क पड़ा। लेकिन गुजरात के लोग बहुत ही सूझवान, ज्ञानवान, बुद्धिमान लोग हैं, और उन्होंने इस बार वो गलती नहीं करनी। हालांकि पिछली बार भी भाजपा की वहाँ सरकार बनी है, इस बार तो उन्होंने स्पष्ट रूप से एक, कहते हैं कि एक संकेत देना है उन्होंने देश को, एक देश को बताना है, और उसमें गुजरात के लोग कामयाब होते दिख रहे हैं। अगर आप एग्जिट पोल की बात करें तो जैसा मैं पहले कह रहा हूँ कि 150 प्लस, आप एक दिन इंतजार करें, 8 तारीख को बिल्कुल स्पष्ट हो जाएगा। ਭਾਰਤੀ ਜੀ, ਜਿਸ ਤਰੀਕੇ ਨਾਲ ਰੰਜਨ ਜੀ ਅਸਲੇ ਦਾਵਾ ਕਰ ਰਹੇ ਆ, ਇਸੇ ਤਰੀਕੇ ਨਾਲ
ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਗੱਲ ਕਹੀ ਸੀ ਜਦੋਂ ਸ਼ਬਦਾਵਲੀ ਜਿਹੜੀ ਗਲਤ ਵਰਤੀ ਜਾ ਰਹੀ ਸੀਗੀ ਪ੍ਰਧਾਨ ਮੰਤਰੀ ਤੇ, ਉਹਨਾਂ ਨੇ ਕਿਹਾ ਸੀ ਵੀ ਜਿੰਨਾ ਜ਼ਿਆਦਾ ਕਿੱਚੜ ਭਾਰਤੀ ਜਨਤਾ ਪਾਰਟੀ ਤੇ ਉਹ ਲੋਕ ਉਠਾਉਣਗੇ ਉਨਾ ਹੀ ਕਮਲ ਜ਼ਿਆਦਾ ਖਿਲੇਗਾ। ਔਰ ਤੁਹਾਨੂੰ ਲੱਗਦਾ ਵੀ ਇਸ ਵਾਰ ਅੱਗੇ ਨਾਲੋਂ ਜ਼ਿਆਦਾ ਸੀਟਾਂ ਭਾਰਤੀ ਜਨਤਾ ਪਾਰਟੀ ਲੈ ਜੂ? ਔਰ ਤੁਸੀਂ ਕਾਂਗਰਸ ਜਿਹੜਾ ਹੈ ਉਹ ਹਾਫ ਸੈਂਚਰੀ ਤੱਕ ਵੀ ਇਸ ਵੇਲੇ ਐਗਜ਼ਿਟ ਪੋਲ ਨਹੀਂ ਦੱਸ ਰਿਹਾ, ਕੀ ਵਜ੍ਹਾ ਹੋ ਸਕਦੀ ਹੈ? ਮੇਰਾ ਸਾਹਿਬ ਬੀਜੇਪੀ ਨੇ, ਕਿਉਂਕਿ ਉਹ ਕਹਿ ਰਹੇ ਨਫ਼ਰਤ ਦੀ ਰਾਜਨੀਤੀ ਜਿਹੜੀ ਇਸ ਵੇਲੇ ਕਾਂਗਰਸ ਨੇ ਜਿਹੜੀ ਹੈ ਅਪਣਾਈ ਆ, ਔਰ ਗੁਜਰਾਤ ਨਫ਼ਰਤ ਦੀ ਰਾਜਨੀਤੀ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਔਰ ਉਸ ਤੋਂ ਵੀ ਜ਼ਿਆਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਸਹਿਣ ਨਹੀਂ ਕਰਦੀ, ਇਸ ਕਰਕੇ ਜਿਹੜੀਆਂ ਹੈ ਜ਼ਿਆਦਾ ਸੀਟਾਂ ਆਉਣ ਦੀ ਗੁੰਜਾਇਸ਼ ਹੈ। ਦੇਖੋ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਸਿਰਫ ਇਲੈਕਸ਼ਨ ਹੀ ਨਹੀਂ ਲੜਨੇ ਹੁੰਦੇ ਜੀ, ਉਹਨੇ ਦੇਸ਼ ਦੀ ਐਡਮਿਨਿਸਟ੍ਰੇਸ਼ਨ ਵੀ ਦੇਖਣੀ ਹੁੰਦੀ ਹੈ। ਔਰ ਜਦ ਤੋਂ ਗੁਜਰਾਤ ਦਾ ਇਲੈਕਸ਼ਨ ਆਇਆ ਉਦੋਂ ਦੀ ਬੀਜੇਪੀ ਦੀ ਨੀਂਦ ਹਰਾਮ ਹੋਈ ਹੈ। 31 ਰੈਲੀਆਂ ਪ੍ਰਧਾਨ ਮੰਤਰੀ ਜੀ ਨੇ ਕੀਤੀਆਂ ਉੱਥੇ, ਔਰ ਰਾਹੁਲ ਗਾਂਧੀ ਨੇ ਕਿਤੇ ਰਾਹੁਲ ਗਾਂਧੀ ਨੇ ਤਾਂ ਲੰਘਦੇ ਉਹਨਾਂ ਨੇ ਮੇਰੇ ਖਿਆਲ 3 ਰੈਲੀਆਂ ਸ਼ਾਇਦ ਕੀਤੀਆਂ, ਔਰ 31 ਰੈਲੀਆਂ ਕੀਤੀਆਂ ਔਰ ਕਈ ਮੀਟਿੰਗਾਂ ਕੀਤੀਆਂ ਉਹਨਾਂ ਨੇ। ਡੇ ਐਂਡ ਨਾਈਟ ਉਹਨਾਂ ਦੀ ਨੀਂਦ ਹਰਾਮ ਹੋਈ ਰਹੀ। ਉਹ ਬਾਰ-ਬਾਰ ਪ੍ਰਧਾਨ ਮੰਤਰੀ ਜੀ ਨੇ ਆਪਣੀ ਸਪੀਚ ਵਿੱਚ ਵੀ ਕਿਹਾ ਵੀ ਕਾਂਗਰਸ ਪਾਰਟੀ ਜਿਹੜੀ ਹੈ ਇੰਟੀਰੀਅਰਲੀ ਕੰਮ ਕਰ ਰਹੀ ਹੈ, ਉਹਨੂੰ ਚੁੱਪ ਨਾ ਸਮਝੋ, ਇਹ ਬੜਾ ਵੱਡਾ ਖਤਰਾ ਬੀਜੇਪੀ ਲਈ, ਇਸ ਕਰਕੇ ਡਟ ਜਾਓ, ਸੰਘਰਸ਼ ਦੀ ਜ਼ਰੂਰਤ ਹੈ, ਅਸੀਂ ਕਾਂਗਰਸ ਨੂੰ ਦੁਬਾਰਾ ਫੇਰ ਉੱਠਣ ਨਹੀਂ ਦੇਣਾ। ਸਾਰੀ ਬੀਜੇਪੀ ਨੂੰ ਅਪੀਲ ਕੀਤੀ ਕਿ ਵੀ ਕਾਂਗਰਸ ਦਾ ਧਿਆਨ ਕਰੋ, ਇਹ ਨਾ ਸੋਚੋ ਵੀ ਵੱਡੀਆਂ ਰੈਲੀਆਂ ਨਹੀਂ ਕਰ ਰਹੇ, ਇਹ ਪਿੰਡਾਂ ਦੇ ਵਿੱਚ ਲੱਗੇ ਹੋਏ ਆ, ਸ਼ਹਿਰਾਂ 'ਚ ਲੱਗੇ ਹੋਏ ਆ। ਜੋ ਤਾਂ ਸਟ੍ਰੈਟਜੀ ਹੈ ਨਾ, ਤੁਹਾਡੀ ਸਟ੍ਰੈਟਜੀ ਕੀ ਹੈ ਤੁਸੀਂ ਦੇਖਣਾ ਜੀ। ਇਹ ਪ੍ਰਧਾਨ ਮੰਤਰੀ ਜੀ ਦੇ ਮਨ 'ਚ ਕੋਈ ਡਰ ਤਾਂ ਸੀ ਨਾ ਕਾਂਗਰਸ ਦਾ, ਸਮਝ ਗਏ? ਔਰ ਬਾਰ-ਬਾਰ ਉਹ ਮਜਬੂਰ ਕਰਦੇ ਸੀ ਵੀ ਇਹਨਾਂ ਦਾ ਜੀ ਰਾਹੁਲ ਗਾਂਧੀ ਜੀ ਨਹੀਂ ਆਏ ਵੀ ਤਾਂ ਕਿ ਜਿਹੜੀ ਭਾਰਤ ਜੋੜੋ ਯਾਤਰਾ ਉਹ ਡਿਸਟਰਬ ਹੋਵੇ। ਦੂਜੀ ਗੱਲ, ਜਿਸ ਵਕਤ ਹਿਮਾਚਲ 'ਚ ਉਹਨਾਂ ਨੇ ਦੇਖਿਆ ਕਿ ਵੀ ਹਿਮਾਚਲ ਤਾਂ ਸਾਡੇ ਹੱਥੋਂ ਜਾ ਰਿਹਾ, ਇਮੀਡੀਏਟਲੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਕੌਨਫੀਡੈਂਸ 'ਚ ਲੈ ਕੇ, ਕਿਉਂਕਿ ਆਮ ਆਦਮੀ ਪਾਰਟੀ ਉਹਨਾਂ ਦੀ ਬੀ ਟੀਮ ਹੈ, ਇਹ ਸਟੇਟ ਟੂ ਸਟੇਟ ਸਮਝੌਤੇ ਹੋ ਜਾਂਦੇ ਆ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਹਿਮਾਚਲ ਛੱਡੋ, ਤੁਸੀਂ ਗੁਜਰਾਤ ਆਓ, ਤਾਂ ਕਿ ਤੁਹਾਡੀ ਜਿਹੜੀ ਸਾਡੀ ਬੀਜੇਪੀ ਦੀ ਐਂਟੀ ਵੋਟ ਹੈ ਉਹ 2 ਹਿੱਸਿਆਂ 'ਚ ਵੰਡੀ ਜਾਵੇ, ਔਰ ਤੁਹਾਡੀ ਪੂਰੀ ਸਪੋਰਟ ਕਰਾਂਗੇ। ਉੱਥੇ ਕਈ ਪ੍ਰੂਫ ਵੀ ਹੈਗੇ, ਕਈ ਉੱਥੇ ਲੋਕਾਂ ਨੇ ਐਲੀਗੇਸ਼ਨ ਵੀ ਲਾਏ ਆ। ਈਵਨ ਦੈਨ ਇਹਨਾਂ ਦੇ ਬੀਜੇਪੀ ਦੇ ਸਾਬਕਾ ਲੀਡਰ ਰਹੇ ਸ਼ੰਕਰ ਸਿੰਘ ਬਘੇਲਾ, ਉਹਨਾਂ ਨੇ ਵੀ ਇਹ ਆਰੋਪ ਲਾਇਆ ਵੀ ਇਹ ਰੁਲੇ ਹੋਏ ਆ, ਔਰ ਇਸ ਕਰਕੇ ਦੋਨਾਂ ਨੇ ਰਲ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਜਦੋਂ ਵੀ ਉੱਥੇ ਵੋਟ ਪਰਸੈਂਟੇਜ ਚਾਹੇ ਜਿੰਨੀ ਮਰਜ਼ੀ ਹੋ ਜਾਏ, 2007 ਵਿੱਚ ਇਹਨਾਂ ਨੂੰ 49% ਬੀਜੇਪੀ ਨੂੰ ਵੋਟ ਪਈ ਸੀ ਔਰ 117 ਸੀਟਾਂ ਆਈਆਂ ਸੀ। ਉਹ ਫਿਰ ਹੁਣ 2017 'ਚ ਵੀ 49% ਵੋਟ ਪਈ, ਲੇਕਿਨ ਸੀਟਾਂ 99 ਰਹਿ ਗਈਆਂ, ਕਿਉਂਕਿ ਪਬਲਿਕ ਫਾਲੋਇੰਗ ਜਿਹੜੀ ਹੈ ਮੈਨ ਟੂ ਮੈਨ, ਡੋਰ ਟੂ ਡੋਰ, ਵਿਲੇਜ ਟੂ ਵਿਲੇਜ, ਸਿਟੀ ਟੂ ਸਿਟੀ ਡਿਫਰ ਕਰਦੀ ਹੈ, ਵੇਅਰ ਕਰਦੀ। ਉਹ ਇਸ ਕਰਕੇ ਉਹਨਾਂ ਨੇ ਇਹ ਸੋਚਿਆ ਵੀ ਜਿੱਥੇ ਜਿੱਥੇ ਵੀ ਸਾਡੀ ਵਿਰੋਧਤਾ ਜ਼ਿਆਦਾ ਹੈ, ਆਮ ਆਦਮੀ ਪਾਰਟੀ ਉੱਥੇ ਆਪਣੇ ਕੈਂਡੀਡੇਟ ਖੜੇ ਕਰੇ। ਆਮ ਆਦਮੀ ਪਾਰਟੀ ਦੇ ਮੈਕਸਿਮਮ ਬੰਦਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਪਰ ਉਹ ਕਾਂਗਰਸ ਨੂੰ ਡੈਂਟ ਪਾਉਣ ਵਿੱਚ ਉਹ ਜਿਹੜਾ ਬੀਜੇਪੀ ਦਾ ਟਾਰਗੇਟ ਹੈ। ਹਰ ਸਿਆਸੀ ਪਾਰਟੀ ਦੀ ਸਟ੍ਰੈਟਜੀ ਹੁੰਦੀ ਇਲੈਕਸ਼ਨ ਕਿੱਦਾਂ ਜਿੱਤਣਾ, ਤੁਸੀਂ ਉਹਨਾਂ ਦੇ ਸਟ੍ਰੈਟਜੀ ਤੇ ਕਿਉਂ ਉਂਗਲ ਉਠਾ ਰਹੇ? ਤੁਸੀਂ ਆਪਣਾ ਦੱਸੋ ਵੀ ਤੁਹਾਡੀ ਸਟ੍ਰੈਟਜੀ ਕਿਉਂ ਫੇਲ ਹੋ ਰਹੀ ਹੈ? ਸਾਡੀ ਸਟ੍ਰੈਟਜੀ ਕੋਈ ਫੇਲ ਨਹੀਂ ਹੋ ਰਹੀ, ਸੀਟਾਂ ਨਹੀਂ ਆ ਰਹੀਆਂ ਨਾ। ਅਸੀਂ ਇਮਾਨਦਾਰੀ ਨਾਲ, ਸੈਕੂਲਰਿਜ਼ਮ ਜੋ ਸਾਡੇ ਆਈਡੀਅਲਸ ਹੈ, ਔਰ ਬੇਰੁਜ਼ਗਾਰਾਂ ਦੇ ਨਾਲ ਖੜੇ ਆ, ਐਸਸੀ ਦੇ ਨਾਲ, ਦਲਿਤ ਭਾਈਚਾਰੇ ਨਾਲ ਖੜੇ ਆ, ਓਬੀਸੀ ਦੇ ਨਾਲ ਖੜੇ ਆ। ਇਹਨਾਂ ਦੀ ਤਰ੍ਹਾਂ ਨਾ ਤਾਂ ਅਸੀਂ ਸ਼ਾਹੂਕਾਰਾਂ ਦੇ ਲੋਨ ਰਾਈਟ ਆਫ ਕੀਤੇ, 12 ਲੱਖ ਕਰੋੜ ਦੇ ਲੋਨ ਰਾਈਟ ਆਫ ਕੀਤੇ, ਔਰ ਉਹਨਾਂ 'ਚ ਮੈਕਸਿਮਮ ਗੁਜਰਾਤੀ ਨੇ। ਇਹ ਕਹਿੰਦੇ ਨੇ ਗੁਜਰਾਤੀ ਦੇਸ਼ ਭਗਤ ਨੇ, ਮੈਂ ਕਹਿੰਦਾ ਬਿਲਕੁਲ ਦੇਸ਼ ਭਗਤ ਨੇ, ਪਰ ਸਾਰਾ ਦੇਸ਼ ਹੀ ਦੇਸ਼ ਭਗਤਾਂ ਦਾ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਹਰਬੇ ਵਰਤ ਕੇ ਬੀਜੇਪੀ ਦੇਸ਼ ਤੇ ਰਾਜ ਕਰ ਰਹੀ ਹੈ, ਉਹਦੇ 'ਚ ਆਪਣੀ ਕੁਰਸੀ ਚਾਹੇ ਸਿਕਿਉਰ ਕਰਨ 'ਚ ਕਾਮਯਾਬ ਹੋ ਰਹੀ ਹੈ, ਪਰ ਦੇਸ਼ ਦੀ ਲੋਕਤੰਤਰ ਨੂੰ, ਦੇਸ਼ ਦੀ ਰੂਹ ਨੂੰ ਬੜਾ ਵੱਡਾ ਨੁਕਸਾਨ ਪਹੁੰਚਾ ਰਹੀ ਹੈ। ਇਹਦਾ ਖਮਿਆਜ਼ਾ ਦੇਸ਼ ਵਾਸੀਆਂ ਨੂੰ ਸਮਾਂ ਆਉਣ ਤੇ ਭੁਗਤਣਾ ਪਏਗਾ। ਹਾਂਜੀ, ਕੀ ਕਹਿਣਾ ਚਾਹੋਗੇ? ਤੁਹਾਡੀ ਟਿੱਪਣੀ। ਗੁਜਰਾਤ ਲਈ ਉਹਨਾਂ ਨੇ ਦੱਸਤਾ ਵੀ ਕਿਸ ਤਰੀਕੇ ਦੀ ਦੇਸ਼ ਭਗਤ ਨੇ ਗੁਜਰਾਤੀ। कांग्रेस का शुरू से
ਇੱਕ ਮਿੰਟ ਗੱਲ ਨੂੰ ਮਿਸਗਾਈਡ ਨਾ ਕਰੋ। ਸਾਰਾ ਦੇਸ਼ ਭਗਤਾਂ ਦਾ ਹੈ, ਆਪਾਂ ਇਕੱਲੇ ਗੁਜਰਾਤੀਆਂ ਨੂੰ ਦੇਸ਼ ਭਗਤ ਨਾ ਕਹੀਏ। ਸਾਰਾ ਦੇਸ਼ ਭਗਤਾਂ ਦਾ। ਪੰਜਾਬੀਆਂ ਨੇ ਵੀ ਘੱਟ ਕੁਰਬਾਨੀਆਂ ਨਹੀਂ ਕੀਤੀਆਂ। महात्मा गांधी जी गुजरात ਦੇ ਸੀ, कांग्रेस ਦੇ करता ਸੀਗੇ। भारती जी ये बात आप कह रहे हो, ये बात आप कह रहे हो। कांग्रेस ने शुरू से, और मैं तो कह रहा हूँ भगवान आपको सदमति दे, कांग्रेस के लोगों को सदमति दे, क्योंकि भारत में जिस तरह से आज भारत की जनता आपको कहीं खड़ी नहीं देखना चाह रही है और विपक्ष विहीन हो गया। हम चाहते हैं कि एक अच्छा विपक्ष इस देश में हो और आपको उसकी भूमिका निभानी चाहिए, लेकिन ये कभी क्षेत्र के नाम पर, कभी भाषा के नाम पर, कभी धर्म के नाम पर और एक धर्मनिरपेक्षता की आड़ में जिस तरह हिंदुओं को गाली निकालने का काम कांग्रेस पिछले काफी वर्षों से कर रही है, यही उसका तो खामियाजा, उसी का खामियाजा आपने भुगता है और उसी का खामियाजा आप भुगत रहे हैं। अभी आपने बैठे बैठे गुजरातियों को आपने गाली निकाल दी। गाली नहीं है तो क्या है कि सारा जी जो भी रिसोर्सेज हैं गुजरातियों को दिया जा रहा है, 12 लाख गुजरातियों को। मतलब ये सबको हक है, सबको स्वतंत्रता है, अधिकार है। रंजन जी का कोई दिमाग नहीं है। मैंने गुजरातियों को, हमारे महात्मा गांधी जी गुजराती हैं, बिल्कुल, हमारे महात्मा गांधी जी गुजराती हैं, सरदार पटेल गुजराती हैं। बिल्कुल, आप कैसे कह सकते हो? गुजरात के लोगों का बहुत बड़ा योगदान है। भारत की अगर हमारे इंडस्ट्री की बात करें, उद्योग की भारतीयता बात का करें, खून है। बिल्कुल, मैंने बिल्कुल नहीं कहा बात को गलत आपने कहा जी सिर्फ बात को गलत मोड़ देने की कोशिश मत करो। ऐसा बिल्कुल नहीं है। यही कारण है, यही कारण है जो नफरत की दीवार तोड़ने के लिए भारत जोड़ो यात्रा राहुल गांधी जी ने शुरू की है। और वो फेल हो गया। देख ही रहे हो कि क्या हो रहा है। 3570 किलोमीटर यात्रा में पाकिस्तान के नारे लगाए जा रहे हैं। वो यात्रा वहाँ मोदी के नारे लगे हैं, वहाँ मोदी गए, वो तो आपके भेजे हुए एजेंट है बीच में जो बीच में नारे लगाते हैं। ऐसे नहीं है। हम जाते हैं कहीं, हम कहीं जाते हैं, क्या मोदी की रैली होती है कहीं कभी सुना है? ये राहुल गांधी रैली में मोदी के नारे लगाते हैं, वो आपके भेजे हुए एजेंट हैं जो पाकिस्तान के नारे लगाते हैं। इसलिए आप बात को गलत मोड़ देने की कोशिश मत करो। आपकी देशभक्ति लोग जानते हैं। आरएसएस के ऑफिस पे 50 साल तिरंगा नहीं लगा। आप बहुत बड़े देशभक्त बने फिरते हो। कहाँ बैठे हो आप? तिरंगा यात्रा जितनी भी आप देखोगे लाल चौक पे, जहां आप लोगों ने आपकी गलत नीतियों के कारण गिर भी रखा हुआ था कश्मीर को, वहां पर भी जो राष्ट्रभक्त हैं देश के, अकेले भाजपा के नहीं, बहुत सारे राष्ट्रभक्तों ने उस समय आतंकवाद के दौर में भी वहां जाके तिरंगा लहराया। तो तिरंगा के लिए आप सवाल आप इस बात का जवाब दो। 50 साल आरएसएस ने तिरंगा क्यों नहीं लगाया अपने ऑफिस पे? तिरंगा का महत्व है, तिरंगा हमारा राष्ट्रीय ध्वज है। हर हिंदुस्तानी आपने महात्मा सांस्कृतिक संगठन है वहाँ पे, ठीक है, उनको भगवा ध्वज भी उनके लिए महत्वपूर्ण है, लेकिन तिरंगा भी उतना ही महत्वपूर्ण है। आप लोग गुमराह करते हैं लोगों को, उसका नतीजा आपको मिल रहा है। रंजन जी, हर नागरिक की पूजा करते हैं, मैं समझदा चाहे वो भारत के किसी भी कोने से हो। मैं ਇਹ ਦੋਨਾਂ ਦੀ ਤੁਹਾਡੀ ਜਿਹੜੀ ਡਿਬੇਟ ਹੋ ਰਹੀ ਹੈ ਉਹਦੇ ਵਿੱਚ ਮੈਂ ਇਹ ਮਹਿਸੂਸ ਕੀਤਾ, ਭਾਰਤੀ ਜੀ ਨੇ ਇਹ ਕਿਹਾ ਵੀ ਕੇਲਾ ਜਿਹੜਾ ਗੁਜਰਾਤ ਸਟੇਟ ਜਾਂ ਗੁਜਰਾਤੀ ਹੀ ਜਿਹੜੇ ਹੈ ਉਹਨਾਂ ਦੇ ਉੱਥੇ ਦੇ ਨਿਵਾਸੀ ਆ, ਉਹ ਹੀ ਇਕੱਲੇ ਦੇਸ਼ ਭਗਤ ਨਹੀਂ, ਸਾਰਾ ਦੇਸ਼ भक्त है सारे देश दे विच। ये सवाल कहाँ से आया मेरा साहब? ये सवाल उठा किस लिए? आप गुजरातियों को अलग देख रहे हो, आप अलग थलग करने की कोशिश कर रहे हो, और उसी का नतीजा है जो आप भुगत रहे हैं। अभी जो चीजें आ रही है भारती जी, लोगों को जोड़ने का काम करिए। भारत जोड़ने निकले हैं, पहले दिल को साफ करिए, एक अंतरात्मा को शुद्ध करिए। इसीलिए कर रहे हैं। नहीं, वो दिखावेबाजी है। बैठे बैठे आप लोग इस तरह की बातें कर रहे हैं और नफरत की भाषा, आप नफरत फैला रहे हो। आप कभी वहां जाते हो, कभी कहते हो जी क्रिश्चियनों ने हमारा हिंदुओं को नुकसान कर दिया। हिंदू राष्ट्र की, भारतीय जनता पार्टी और जनसंघ की अगर आप बात करेंगे तो स्पष्ट तौर से एक देशभक्ति उनके लिए, एक वन नेशन की बात करते हैं। भारत की संस्कृति परंपरा सबकी रक्षा के लिए हमेशा बीजेपी, आरएसएस और भारतीय जनसंघ बहुत बड़े देशभक्त हैं, जिन्होंने महात्मा गांधी को मारा, उसका वो मंदिर बनाने को घूम रहे हैं। आप कहते हो वो बड़े देशभक्त हैं। इन बातों से अब आगे निकलिए, बहुत पुरानी बात हो चुकी है और ये बार-बार आप इन लोगों से इन चीजों को छोड़कर की नौटंकी मत करो। हमने देश के लिए कुर्बानियां की हैं। पंजाब में आतंकवाद था, 35,000 कांग्रेसी शहीद हुआ वहां पे। आप बातें करते हो, सिर्फ टेबल पे बैठ के बातें करना अलग है, वहाँ लोगों से जाकर मिलना और उनको उनकी बात की तसल्ली करवाना। चुनाव हुए, आपको पता चलेगा क्यों नकारा गया आपको? अरे वहाँ आज आपका आवाज आप फिरका परस्ती की बात करते हो, आप वहाँ फिरका परस्ती की बात करते हो, विकास की बात क्यों नहीं करते? आप लोगों को बताइए कि 12 लाख करोड़ रुपया आपने क्यों राइट ऑफ कर दिया? शाहूकारों का, गरीबों को क्यों नहीं दिया?
चलो भारती जी ऐसा है जितने जो मुद्दे हैं लोगों को पता है, लोगों को आपने दिखाए भी हैं, आईना भी दिखाया। लोग फिर जिस स्टेट ਦੇ ਵਿੱਚ ਉਹਨਾਂ ਦੀ ਸਰਕਾਰ ਬਣਾਉਣਾ ਚਾਹੁੰਦੇ ਆ, ਜਿਹਦੀ ਨਕਾਰਾਤਮਕ ਜਿਹੜਾ ਵਿਕਾਸ ਰਿਹਾ ਹੈ, ਨਕਾਰਾਤਮਕ ਛਵੀ ਰਹੀ ਹੈ, ਉਹਨੂੰ ਤਾਂ ਉਹਨਾਂ ਨੇ ਨਕਾਰ ਹੀ ਦੇਣਾ। ਲੇਕਿਨ ਅੱਜ ਅਸੀਂ ਗੁਜਰਾਤ ਦੀ ਗੱਲ ਕਰ ਰਹੇ ਹਾਂ। ਗੁਜਰਾਤ ਦੇ ਵਿੱਚ ਐਗਜ਼ਿਟ ਪੋਲ ਦੇ ਵਿੱਚ ਨਜ਼ਰ ਆ ਰਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਹੁਣ ਅਸੀਂ ਗੱਲ ਕਰਾਂਗੇ, ਸਮਾਂ ਘੱਟ ਹੈ, ਹਿਮਾਚਲ ਦੀ। ਹਿਮਾਚਲ ਦੇ ਵਿੱਚ ਉਹ ਹੀ ਸਰਵੇ ਜਿਹੜਾ ਸਰਵੇਖਣ ਹੋਇਆ ਕਾਂਟੇ ਦੀ ਟੱਕਰ ਦਿਖਾ ਰਿਹਾ। ਭਾਰਤੀ ਜੀ ਕੀ ਹੁਣ ਤੁਸੀਂ ਉਸ ਸਰਵੇਖਣ ਨੂੰ ਸਹੀ ਮੰਨੋਗੇ? ਸਿਰਫ ਗੋਦੀ ਮੀਡੀਆ ਵੱਲੋਂ ਕਾਂਟੇ ਦੀ ਟੱਕਰ ਦਿਖਾਈ ਜਾ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਉੱਥੇ ਜ਼ੀਰੋ ਹੈ, ਜਦ ਕਿ ਉੱਥੇ ਕਾਂਗਰਸ ਦੀ ਸਰਕਾਰ ਆ ਰਹੀ ਹੈ। भारती जी थोड़ा इंतजार का मजा लीजिए, ਉੱਥੇ ਕਾਂਗਰਸ ਦੀ ਸਰਕਾਰ ਆ ਰਹੀ ਹੈ। ਇੰਤਜ਼ਾਰ ਤੁਸੀਂ ਵੀ ਕਰੋ, ਅਸੀਂ ਵੀ ਕਰਦੇ ਹਾਂ, ਫਿਰ ਤੁਸੀਂ ਕਲੇਮ ਕਿਉਂ ਕਰਦੇ ਹੋ ਹੈ? ਔਰ ਇਹਨਾਂ ਨੂੰ ਆਪ ਭਾਰਤੀ ਜਨਤਾ ਪਾਰਟੀ ਵਾਂ ਕਲੇਮ ਕਰਤੀ ਦੂਸਰੀ ਵਾਰ ਸਰਕਾਰ, ਕਿਉਂਕਿ ਹਿਮਾਚਲ ਦਾ ਇਤਿਹਾਸ ਸਾਨੂੰ ਦੱਸਦੇ, ਹਿਮਾਚਲ ਦਾ ਇਤਿਹਾਸ ਜਿਹੜਾ ਹੈ ਉਹ ਨਹੀਂ ਰਿਹਾ। ਉਹ ਹਮੇਸ਼ਾ ਹੀ ਦੂਸਰੀ ਸਰਕਾਰ ਦੁਆਰਾ ਦੂਜੇ ਪਾਰਟੀ ਨੂੰ ਮੌਕਾ ਦਿੰਦੀ ਹੈ। ਪਹਿਲਾਂ ਭਾਰਤੀ ਜਨਤਾ ਪਾर्टी ਸੀ, ਪਹਿਲਾਂ ਕਾਂਗਰਸ ਸੀ, ਹੁਣ ਫਿਰ ਕਾंग्रेस ਦਾ ਇਸ ਵੇਲੇ ਜਿਹੜਾ ऐसा पंजाब में भी चलता रहा, हरियाणा में भी चलता रहा, लेकिन वक्त के साथ हर कुछ चेंज हो जाता है। कोई पत्थर की लकीर नहीं है जो बदला नहीं जा सकता। आएगी डबल इंजन सरकार, बिल्कुल बिल्कुल, चूंकि लोगों को डबल इंजन में जो काम हुए हैं वो भी दिख रहा है। और सबसे बड़ी बात है जो मोदी जी का नेतृत्व है, आज जिस तरह से देश ही नहीं अंतर्राष्ट्रीय स्तर पर भारत की साख बढ़ रही है, आज भारत की साख बढ़ रही है, इसलिए हर हिंदुस्तानी, चाहे वो हिमाचल का है, चाहे उत्तर प्रदेश का है, मध्य प्रदेश, राजस्थान, कहीं का भी है, सबके दिल में ये भावना है। आज राष्ट्रवाद की एक नई हुंकार पूरे देश में भरी जा रही है और लोग आगे बढ़कर उसका समर्थन। आपको उम्मीद है? हाँ, दिख रहा है, बिल्कुल सामने दिख रहा है। हिमाचल में विकास हुआ है भारतीय जनता पार्टी के समय? बिल्कुल हुआ है। कांटे की टक्कर क्यों होगी? फिर तो वन तरफा होनी चाहिए। जो आप कह रहे हो कि थोड़ी सी ऐसे मानसिकता के भी लोग रहे हैं, वो तो कह रहे हैं कांग्रेस सरकार आ रही है, वो कह रहे हैं सरकार आ रही है, आप हार रहे हो। एक दिन इंतजार करिए, सरकार नहीं, इतने सारे लोग जो इतने सारे सर्वे हो रहे हैं, इतने सारे लोग उसकी सर्वे कर रहे हैं, सर्वेक्षण कर रहे हैं, तो वो ऐसे ही कुछ नहीं कह रहे। आप जिसको गोदी मीडिया कर रहे हो, मीडिया का बड़ा सम्मान करते हैं, मेरा साहब आपके गुजरात सम्मान करते हैं, बिल्कुल बिल्कुल, और बिल्कुल उस पर भरोसा भी सबको करना चाहिए। गोदी मीडिया वो गोदी मीडिया ही है। ਭਾਰਤੀ ਜੀ ਜਿਹੜੀ ਤੀਸਰੀ ਗੱਲ ਕੀਤੀ ਸੀ ਆਪਾਂ, ਤੀਜਾ ਸਵਾਲ ਸਾਡਾ ਇਹ ਸੀ ਐਮਸੀਡੀ ਦੇ ਚੁਣਾਵ। ਹਿਮਾਚਲ ਦੀ ਗੱਲ ਹੋ ਗਈ, ਗੁਜਰਾਤ ਦੀ ਹੋ ਗਈ, ਦਿੱਲੀ ਦੀ ਗੱਲ ਕਰ ਲੈਂਦੇ ਆ। ਦਿੱਲੀ ਦੇ ਅੰਦਰ ਕਾਂਗਰਸ ਪਹਿਲਾਂ ਵੀ ਨਹੀਂ ਨਜ਼ਰ ਆਈ, ਹੁਣ ਵੀ ਨਜ਼ਰ ਨਹੀਂ ਆ ਰਹੀ। ਕਿੱਥੇ ਖੜੀ ਕਾਂਗਰਸ? ਔਰ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਨੇਤਾ, ਚਾਹੇ ਛੋਟੇ ਨੇਤਾ, ਕਾਂਗਰਸ ਦਾ ਸਾਥ ਛੱਡ ਕੇ ਦੂਸਰੀ ਸਿਆਸੀ ਪਾਰਟੀਆਂ ਨੂੰ ਜੁਆਇਨ ਕਰ ਰਹੀ ਹੈ। ਕੀ ਇਹ ਵਜ੍ਹਾ ਹੈ ਕਾਂਗਰਸ ਨੂੰ ਜਿਹੜਾ ਹੈ ਝਟਕਾ ਲੱਗ ਰਿਹਾ? ਐਮਸੀਡੀ ਚੁਣਾਵ ਦੇ ਵਿੱਚ 250 ਸੀਟਾਂ ਚੋਂ 150 ਸੀਟ ਕਲੇਮ ਕਰ ਰਹੀ ਆਮ ਆਦਮੀ ਪਾਰਟੀ, ਜਦਕਿ ਸਰਵੇ ਵੀ ਕਹਿ ਰਿਹਾ ਵੀ ਉੱਥੇ ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ ਔਰ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਔਰ ਕਾਂਗਰਸ ਦਾ ਉੱਥੇ ਸੁਪਨਾ ਸਾਫ਼ ਹੈ। ਇਸ ਤਰ੍ਹਾਂ ਹੁੰਦਾ ਜੀ, ਕਾਂਗਰਸ ਨੇ ਬੜਾ ਲੰਬਾ ਸਮਾਂ ਉੱਥੇ ਰਾਜ ਕੀਤਾ ਜੀ, ਲਗਾਤਾਰ ਸ਼ੀਲਾ ਦੀਕਸ਼ਿਤ ਜੀ ਤਿੰਨ ਇਲੈਕਸ਼ਨ ਲਗਾਤਾਰ ਜਿੱਤੇ, ਔਰ ਉਸ ਤੋਂ ਬਾਅਦ ਪਰ ਐਮਸੀਡੀ ਪ੍ਰੋਪਰ ਬਹੁਤ ਮੈਂ ਉੱਥੇ ਆ ਰਿਹਾ ਜਦੋਂ ਇਲੈਕਸ਼ਨ ਅਸੈਂਬਲੀ ਦੇ ਆਏ, ਕਿਉਂਕਿ ਬੜਾ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਸੀ। ਬੀਜੇਪੀ ਨੇ ਵੀ ਇੱਕ ਵਾਰੀ ਆਈ ਬੀਜੇਪੀ, ਲੇਕਿਨ ਬੀਜੇਪੀ ਵੀ ਆਪਣਾ ਕੋਈ ਵੀ ਏਜੰਡਾ ਜਾਂ ਆਪਣਾ ਪ੍ਰੋਗਰਾਮ ਲੋਕਾਂ ਨੂੰ ਦੇ ਕੇ ਅਟਰੈਕਟ ਨਹੀਂ ਕਰ ਸਕੀ। ਇਸ ਕਰਕੇ ਲੋਕਾਂ ਨੇ ਉਹਦਾ ਇੱਕ ਬਦਲ ਤੀਸਰੀ ਪਾਵਰ ਨੂੰ ਚੁਣਿਆ ਔਰ ਉਹ ਤੀਸਰੀ ਪਾਵਰ ਆ ਗਈ। ਹੁਣ ਉਹਨਾਂ ਨੇ ਸੋਚਿਆ ਵੀ ਐਮਸੀਡੀ ਦਾ ਇਲੈਕਸ਼ਨ ਹੈ, ਪਿਛਲੀ ਵਾਰੀ ਬੀਜੇਪੀ ਨੂੰ ਦਿੱਤਾ ਸੀ, ਹੋ ਸਕਦਾ ਹੈ ਬੀਜੇਪੀ ਦੀਆਂ ਉਹ ਜਿਹੜੇ ਕੰਮ ਹੈ ਉਹਨਾਂ ਤੋਂ ਲੋਕਾਂ ਦੀ ਸੈਟੀਸਫੈਕਸ਼ਨ ਨਾ ਹੋਵੇ, ਉਹਨਾਂ ਨੇ ਬੀਜੇਪੀ ਨੂੰ ਨਕਾਰਤਾ। ਹੁਣ ਉਹ ਉੱਥੋਂ ਦੇ ਲੋਕਾਂ ਨੇ ਸੋਚਿਆ ਵੀ ਜੇ ਅਸੀਂ ਦਿੱਲੀ ਅਸੈਂਬਲੀ 'ਚ ਆਮ ਆਦਮੀ ਪਾਰਟੀ ਨੂੰ ਜਿਤਾਇਆ ਤਾਂ ਇੱਥੇ ਵੀ ਆਮ ਆਦਮੀ ਪਾਰਟੀ ਨੂੰ ਪਾਵਰ ਦਈਏ ਤਾਂ ਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਔਰ ਐਮਸੀਡੀ ਹੈ ਇਹ ਰਲ ਕੇ ਸ਼ਾਇਦ ਦਿੱਲੀ ਦਾ ਕੁਝ ਵਿਕਾਸ ਕਰ ਸਕਣ। ਉਹ ਜਿਹੜਾ ਜੁਮਾ 8 ਦਿਨ ਉਹ ਵੀ ਜਿਹੜਾ ਨਸ਼ਾ, ਪਰ ਕਾਂਗਰਸ ਕਿੱਥੇ ਹੈ? ਕਾਂਗਰਸ ਕਿੱਥੇ ਹੈ ਦਿੱਲੀ ਦੇ ਵਿੱਚ? ਦੇਖੋ ਗੱਲ ਇਹ ਹੈ ਵੀ ਜਦੋਂ ਲੋਕਾਂ ਦਾ ਵਿਊ ਬਣ ਜਾਏ ਬਈ ਹੁਣ ਅਸੀਂ ਪਿਛਲੀ ਵਾਰ ਵੀ ਨਹੀਂ ਸੀ ਕਾਂਗਰਸ, ਮੈਂ ਤਾਂ ਅੱਗੇ ਗੱਲ ਕਰ ਰਿਹਾ, ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਉਦੋਂ ਵੀ ਆਮ ਆਦਮੀ ਸਰਕਾਰ ਸੀਗੀ। ਜਦੋਂ ਲੋਕਾਂ ਦਾ ਵਿਊ ਬਣ ਜਾਏ ਨਾ, ਇਹ ਤਾਂ ਹਜੇ ਰਿਜ਼ਲਟ ਆਣਾ ਹੈ, ਕੱਲ ਉਹਦੀ ਕਾਊਂਟਿੰਗ ਹੈ, ਸ਼ਾਮ ਨੂੰ ਪਤਾ ਲੱਗ ਜਾਏਗਾ, ਲੇਕਿਨ ਲੋਕਾਂ ਦਾ ਜਦੋਂ ਰਿਜ਼ੂ ਬਣ ਜਾਂਦਾ ਨਾ ਇੱਕ ਪਾਸੇ, ਉਹ ਫਿਰ ਵਨ ਸਾਈਡਡ ਹੋ ਜਾਂਦੇ ਵੀ ਇਹ ਕਿਤੇ ਦੂਜੀ ਪਾਰਟੀ ਕਿਤੇ ਬੀਜੇਪੀ ਵਿੱਚ ਆ ਨਾ ਜਾਏ
ਇਸ ਕਰਕੇ ਕਾਂਗਰਸ ਨੂੰ ਵੀ ਇਗਨੋਰ ਕਰ ਦਿਓ, तो ਬੀਜੇਪੀ ਤੁਹਾਡਾ मतलब है लहर सामने आ गई, नहीं इस बात सामने आ गई कि नहीं कहीं होता, बीजेपी देखो- नहीं आ जाए, इसलिए कांग्रेस के लोग भी उनका समर्थन कर रहे हैं। नहीं कांग्रेस बिल्कुल कर रहे हैं, बिल्कुल कर रहे हैं। और पिछली बार भी यही कुछ हुआ। बीजेपी वर्गी भैड़ी पार्टी ਨੂੰ ਥੱਲੇ ਲਾਣ ਲਈ ਜੇ ਸਮਰਥਨ ਕਰਨਾ ਪਵੇ ਅਸੀਂ ਕਰਨ ਲਈ ਤਿਆਰ ਹਾਂ। स्पष्ट तो फिर गुजरात और हिमाचल में क्यों नहीं कुछ करता? बोलने की जरूरत नहीं रहेगी। बीजेपी वर्गे फिर हिमाचल और गुजरात में क्यों नहीं कर ਛੁਡਾਉਣ ਲਈ ਅਸੀਂ ਕੋਈ ਵੀ ਫੈਸਲਾ ਲੈਣ ਲਈ ਤਿਆਰ ਹਾਂ। ਕਿਉਂਕਿ ਪਹਿਲਾਂ ਵੀ ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸੀਟਾਂ ਘਟ ਗਈਆਂ ਸੀ ਉਦੋਂ ਕਾਂਗਰਸ ਨੇ ਸਮਰਥਨ ਦਿੱਤਾ ਸੀ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਇੱਕ ਪਾਸੇ ਤੁਸੀਂ ਆਮ ਆਦਮੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਕਹਿੰਦੇ ਹੋ, ਇੱਕ ਪਾਸੇ ਤੁਸੀਂ ਕਹਿੰਦੇ ਸਮਰਥਨ ਦੇਣ ਨੂੰ ਨਹੀਂ ਉਹ ਤਾਂ ਇਹਨਾਂ ਨੇ ਗੱਲ ਕੀਤੀ, ਮੈਂ ਤਾਂ ਦੋਹਰਾ ਚਿਹਰਾ ਨਹੀਂ असल ਹੈ। में असल में ਅਸੀਂ इनके ਉੱਥੇ इनके पार्टनर है, पहले भी इन्होंने दिल्ली में सरकार बनाया उनके ਅਸੀਂ साथ, ਉੱਥੇ बाद में भी समर्थन करते ਕਿਉਂਕਿ रहे। ਸਾਰੀ ਸਾਡੀ ਹਾਈ ਕਮਾਂਡ ਗੁਜਰਾਤ 'ਚ ਲੱਗੀ ਹੋਈ ਸੀਗੀ। ਇਹਨਾਂ ਨੇ ਜਾਣਬੁੱਝ ਕੇ ਇਸੇ ਕਰਕੇ ਉੱਥੇ ਇਲੈਕਸ਼ਨ ਅਨਾਉਂਸ ਕਰਾਏ ਵੀ ਤਾਂ ਕਿ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਸਾਰੀ ਵੰਡੀ ਜਾਏ ਔਰ ਸਾਨੂੰ ਮੌਕਾ ਮਿਲ ਜਾ, ਪਰ ਇਹਨਾਂ ਨੂੰ ਮੌਕਾ ਬੀਜੇਪੀ ਨੂੰ ਫਿਰ ਵੀ ਦਿੱਲੀ 'ਚ ਮਿਲਣਾ ਨਹੀਂ। ਚਲੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ। ਔਰ ਜਿਹੜਾ ਲਾਸਟ ਮੇਰਾ ਸਵਾਲ ਸੀਗਾ ਵੀ ਤੁਹਾਡੇ ਕਾਂਗਰਸੀ ਨੇਤਾ ਇੱਕ ਇੱਕ ਕਰਕੇ ਛੱਡਦੇ ਨਜ਼ਰ ਆ ਰਹੇ, ਕੋਈ ਭਾਰਤੀ ਜਨਤਾ ਪਾਰਟੀ ਜਾ ਰਿਹਾ, ਕੋਈ ਆਮ ਆਦਮੀ ਪਾਰਟੀ ਜਾ ਰਿਹਾ, ਔਰ ਕਾਂਗਰਸ ਜਿਹੜੀ ਹੈ ਖਾਲੀ ਹੁੰਦੀ ਨਜ਼ਰ ਆ ਰਹੀ ਹੈ। ਔਰ ਹੁਣੇ ਬੀਤੇ ਦਿਨ ਵੀ ਇੱਕ ਲੁਧਿਆਣਾ ਅੰਦਰ ਵੀ ਬਹੁਤ ਸਾਰਾ ਜਿਹੜਾ ਇਹ ਪ੍ਰੋਪੋਗੰਡਾ ਚੱਲ ਰਿਹਾ ਸੀਗਾ ਵੀ ਕਾਫੀ ਕਾਂਗਰਸੀ ਨੇਤਾ ਜਿਹੜੇ ਛੱਡ ਕੇ ਜਾ ਰਹੇ ਨੇ। ਔਰ ਉਹਦੀ ਇੱਕ ਛੋਟੀ ਜਿਹੀ ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ। ਬੀਤੇ ਦਿਨ ਇੱਕ ਧਾਰਮਿਕ ਸਮਾਰੋਹ ਦੇ ਵਿੱਚ ਇਹਨਾਂ ਦੇ ਕਾਂਗਰਸ ਦੀ ਫੈਮਿਲੀ ਦੇ ਵਿੱਚੋਂ ਰਾਸ਼ੀ ਅਗਰਵਾਲ ਨੇ ਸਟੇਜ ਤੇ ਅਨਾਉਂਸ ਕਰ ਦਿੱਤਾ ਵੀ ਮੈਂ ਕਾਂਗਰਸ ਤੋਂ ਅਸਤੀਫਾ ਦੇਣ ਜਾ ਰਹੀ ਹਾਂ। ਕਾਂਗਰਸ ਦੀ ਨੀਤੀਆਂ ਨੇ ਸਹੀ ਹੈ, ਕਾਂਗਰਸ ਦੀ ਜਿਹੜੀ ਉਹਨਾਂ ਦੀ ਹਾਈ ਕਮਾਨ ਕਹਿ ਲਓ ਜਾਂ ਕੁਝ ਵੀ, ਉਹ ਬਹੁਤ ਨਾਰਾਜ਼ ਨਜ਼ਰ ਆਏ। ਔਰ ਉਹਨਾਂ ਨੇ ਇੱਕੋ ਹੀ ਨਾਰਾ ਲਾਇਆ ਸੀ, ਜੋ ਰਾਮ ਕੋ ਲਾਏ हैं हम उनको लाएंगे। ਹਾਲਾਂਕਿ ਇਹ ਨਹੀਂ ਸਪਸ਼ਟ ਕੀਤਾ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਰਹੇ, ਪਰ ਉਹਨਾਂ ਨੇ ਨਾਰਾ ਲਾ ਕੇ ਦੱਸ ਦਿੱਤਾ ਵੀ ਕਾਂਗਰਸ ਤਾਂ ਮੈਂ ਛੱਡ ਹੀ ਰਹੀ ਹਾਂ, ਇਸੀ ਕਿਸ਼ਨ ਛੱਡ ਰਹੀ ਹਾਂ, ਹੁਣੇ ਅਸਤੀਫਾ ਦੇ ਰਹੀ ਹਾਂ। ਹਜ਼ਾਰਾਂ ਲੋਕ ਸੀ ਉੱਥੇ ਬੈਠੇ ਔਰ ਕਾਂਗਰਸ ਦੀ ਇਸ ਮੰਚ ਤੇ ਕਿਰਕਰੀ ਹੋਣੀ ਔਰ ਉਹ ਮੰਚ ਚੁਣਨਾ, ਔਰ ਰਾਸ਼ੀ ਅਗਰਵਾਲ ਨੇ ਜਿਹੜਾ ਚੁਣਿਆ, ਅੱਜ ਲੱਖਾਂ ਦੁਨੀਆ 'ਚ ਉਹ ਵੀਡੀਓ ਵਾਇਰਲ ਹੋ ਰਹੀ ਹੈ। ਕੀ ਕਹਿਣਾ ਚਾਹੋਗੇ ਤੁਸੀਂ? भारतीय जनता पार्टी वाले खुश है? नहीं, ये भाजपा का मुद्दा नहीं है, ये आम हिंदुस्तानी और आम हिंदुओं को जिस तरह से तिरस्कृत किया गया वर्षों तक, जिस तरह कांग्रेस की नीति रही कि हिंदुओं को गाली निकालो और तुष्टीकरण से वोट बैंक साधो, तो उसका नतीजा है कि आज लोग कांग्रेस में बैठे हुए, भारती जी आपके कांग्रेस में हजारों लोग एक छटपटाहट, एक घुटन महसूस कर रहे हैं वहां पर कि वो हिंदू होते हुए भी प्रताड़ित हो रहे हैं, गाली सुन रहे हैं। और राशि अग्रवाल की भावना सामने आ गई, उन्होंने अपनी अंतरात्मा की आवाज़ सुनी, अपनी भावनाओं को उन्होंने उजागर कर दिया। लेकिन ऐसे हजारों लोग हैं जो कहीं ना कहीं अपने आप को इनकी नीतियों से खिन्न, जिस तरह से हिंदुओं का मजाक उड़ाया जाता है, हिंदुओं के खिलाफ अनर्गल बातें की जाती है, लोग आहत हैं। और उसी का एक प्रकटीकरण मैं समझता हूँ कि राशि अग्रवाल ने बहुत हौसला किया। उन्होंने, मुझे नाज है उन पर कि उन्होंने एक अपने जो अंतरात्मा की आवाज़ थी उनको वहाँ पर उन्होंने व्यक्त करा। तो आज पूरे देश में इसकी सराहना हो रही है। और ऐसे हिम्मत वाले लोग आगे आकर जो ये छद्म धर्मनिरपेक्षता के नाम पर हिंदुओं के साथ सौतेला व्यवहार, श्री राम को काल्पनिक बताना, राम मंदिर का विरोध करना और जो भारतीय संस्कृति परंपरा है उसके खिलाफ हमेशा ये लोग एकजुट हो जाते हैं और देश में अलग अलग तरीके से लोगों को गुमराह करने की कोशिश करते हैं। मैं समझता हूँ कि उसी की परिणति है कि आज राशि जी आगे आई हैं। आने वाले समय में, और पंजाब में बहुत सारे लीडर आ रहे हैं, आप देख ही रहे हो, एक लहर चलेगी पूरे हिंदुस्तान में। और मैं समझता हूँ कि कांग्रेस में जो भी देशभक्त और यहाँ की संस्कृति और परंपरा से, इस भारत भूमि से प्यार करने वाले लोग हैं, वो सब एक दिन आपको दिखेगा कि वो भाजपा का दामन थाम रहे हैं और इस राष्ट्रवाद की लहर में सभी एकजुट होकर भारत माता की जय का नारा गुंजा रहे हैं। हाँ जी, थोड़ी टिप्पणी लास्ट। ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਜਿਸ ਵਕਤ ਇਹ ਲੋਕ ਕਾਂਗਰਸ ਪਾਰਟੀ ਨੂੰ ਹਿੰਦੂ ਵਿਰੋਧੀ, ਕਦੀ ਰਾਮ ਵਿਰੋਧੀ, ਕਿਉਂਕਿ ਇਹਨਾਂ ਦੀ ਇਹੀ ਰਾਜਨੀਤਿਕ ਯੋਗਤਾ ਹੈ। ਇਹਨਾਂ ਨੇ ਕਦੀ ਵਿਕਾਸ ਦੀ ਗੱਲ ਨਹੀਂ ਕਰਨੀ, ਇਹਨਾਂ ਨੇ ਕਦੀ ਕਾਲਜ ਖੋਲ੍ਹਣ ਦੀ ਗੱਲ ਨਹੀਂ ਕਰਨੀ, ਕਦੀ ਹਸਪਤਾਲ ਖੋਲ੍ਹਣ ਦੀ ਗੱਲ ਨਹੀਂ ਕਰਨੀ, ਸਿਰਫ ਤੇ ਸਿਰਫ ਫਿਰਕਾ ਪ੍ਰਸਤੀ ਦੀ ਗੱਲ ਕਰਨੀ ਹੈ। ਔਰ ਕਾਂਗਰਸ ਪਾਰਟੀ 1947 ਚ ਦੇਸ਼ ਆਜ਼ਾਦ ਹੋਇਆ ਤੇ 77 ਤੱਕ ਦੇਖ ਲਓ ਕਿੰਨੇ ਮਿਨਿਸਟਰ ਸਾਡੇ ਇਹਨਾਂ ਦੇ ਬੀਜੇਪੀ ਛੱਡ ਕਾਂਗਰਸ ਚ ਆਉਂਦੇ ਰਹੇ ਔਰ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਰਿਹਾ। ਔਰ ਈਵਨ ਦੈਨ ਤੁਸੀਂ ਇਹਨਾਂ ਨੇ ਇਹ ਗੱਲ ਕੀਤੀ, ਅਟਲ ਬਿਹਾਰੀ ਵਾਜਪੇਈ ਸਾਹਿਬ ਨੇ ਇੱਕ ਵਾਰੀ ਸਪੀਚ ਦਿੱਤੀ
ਪੰਡਿਤ ਜਵਾਹਰ ਲਾਲ ਨਹਿਰੂ ਜਦੋਂ ਸੈਸ਼ਨ ਖਤਮ ਹੋਇਆ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਅਟਲ ਬਿਹਾਰੀ ਵਾਜਪੇਈ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਬਈ ਤੇਰੇ ਵਰਗਾ ਸਿਆਣਾ ਸਪੀਕਰ ਇਹਦੇ ਵਿੱਚ ਚਾਹੀਦਾ ਪਾਰਲੀਮੈਂਟ 'ਚ। ਕਦੀ ਇਹਨਾਂ ਨੇ ਕਿਹਾ ਇਹਨਾਂ ਦੇ ਕਿਸੇ ਲੀਡਰ ਨੇ? ਕਿਉਂਕਿ ਇਹਨਾਂ ਦੇ ਅੰਦਰ ਸਟੇਟਸਮੈਨਸ਼ਿਪ ਹੀ ਹੈ ਨਹੀਂ, ਸਵਾਏ ਫਿਰਕਾ ਪ੍ਰਸਤੀ ਦੇ। ਕਦੀ ਇਹ ਮੁਸਲਮਾਨਾਂ ਨੂੰ ਗਾਲਾਂ ਕੱਢਦੇ, ਕਦੀ ਇਹ ਕ੍ਰਿਸਚਨਾਂ ਨੂੰ ਗਾਲਾਂ ਕੱਢਦੇ, ਕਦੀ ਇਹ ਹਿੰਦੁਸਤਾਨ 'ਚ ਉਹਨਾਂ ਸਾਰੇ ਲੋਕਾਂ ਨੂੰ ਗਾਲਾਂ ਕੱਢਦੇ ਆ ਜਿਹੜਾ ਬੀਜੇਪੀ ਦਾ ਸਮਰਥਕ ਨਹੀਂ। ਜਿਹੜਾ ਬੀਜੇਪੀ ਦਾ ਸਮਰਥਕ ਨਹੀਂ ਔਰ ਬੀਜੇਪੀ ਦੇ ਮਗਰ ਲੱਗਿਆ, ਉਹ ਬੀਜੇਪੀ ਦਾ ਕੋਈ ਕ੍ਰਿਟੀਸਾਈਜ਼ ਕਰਦਾ, ਉਹਦੇ ਮਗਰ ਈਡੀ ਲਾਤੀ, CBI ਲਾਤੀ, ਇਨਕਮ ਟੈਕਸ ਲਾਤਾ, NIA ਲਾਤੀ, ਔਰ ਉਹਨਾਂ ਨੂੰ ਤੰਗ ਕਰਨਾ, ਲੋਕਾਂ ਨੂੰ ਤੰਗ ਕਰਕੇ ਫਿਰ ਉਹਨਾਂ ਨੂੰ ਮੋਲਡ ਕਰਨਾ। ਜਿਹੜਾ ਉੱਥੇ ਗੁਜਰਾਤ ਦਾ ਇੱਕ ਮਿਸਟਰ ਕੀ ਸੀ ਹਾਰਦਿਕ ਪਟੇਲ ਕਰਕੇ, ਉਹਨੇ ਬੜੀ ਵੱਡੀ ਇੱਕ ਕਾਨਫਰੰਸ ਕੀਤੀ, ਉੱਥੇ ਲੋਕਾਂ ਨੂੰ ਦੱਸਿਆ ਕਿ ਮੋਦੀ ਸਾਡੇ ਨਾਲ ਧੋਖਾ ਕਰ ਰਿਹਾ ਗੁਜਰਾਤੀਆਂ ਨਾਲ। 50,000 ਬੰਦਾ ਉਹਨੇ ਬੜੀ ਵੱਡੀ ਰੈਲੀ ਕੀਤੀ, ਉਹਨੂੰ ਚੱਕ के राजस्थान की जेल च इन्होंने बंद कर दिया। पता होना चाहिए आज वही हार्दिक पटेल भाजपा के साथ है। मैं ही आ रहा हूं, मैं वही आ रहा हूं। उन्होंने इतना मजबूर करता कि आज वो बंदा दुखी होके बीजेपी ज्वाइन दुखी होके जिग्नेश मेवानी चलो गुजरात दा MLA सी, उन्हें गुजरात च बतौर इंडिपेंडेंट इलेक्शन लड़िया और इन्हां दे बखिए उधेड़ के रखते बीजेपी दे। ਉਹਨੂੰ ਅਸਾਮ 'ਚ ਕੇਸ ਰਜਿਸਟਰਡ ਕਰਕੇ ਉੱਥੇ ਚੱਕ ਕੇ ਅਸਾਮ ਪੁਲਿਸ ਲੈ ਗਈ। ਇਹ ਤਾਂ ਹਾਲ ਹੈ ਬੀਜੇਪੀ ਦਾ। ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਜੀ। ਦੁਨੀਆ ਲੋਕਤੰਤਰ ਹੈ, ਹਰ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਆ, ਪਰ ਹਰ ਇੱਕ ਨੂੰ ਆਪਣੇ ਧਰਮ ਦਾ ਪੱਕਾ ਹੋਣਾ ਚਾਹੀਦਾ। ਆਪਾਂ ਮੁੱਦੇ ਦੀ ਗੱਲ ਕਰੀਏ, ਲਾਸਟ ਸਵਾਲ ਹੈ ਗੁਜਰਾਤ ਅੰਦਰ ਤੇ ਹਿਮਾਚਲ ਅੰਦਰ 8 ਤਰੀਕ ਨੂੰ ਰਿਜ਼ਲਟ ਆ ਜਾਣੇ ਆ। ਕੀ ਸਮਝਦੇ ਹੋ ਤੁਸੀਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਦੋਨਾਂ ਸਟੇਟਾਂ 'ਚ? ਹਾਂ ਜਾਂ ਨਾ? बन सकती कि नहीं बन सकती? बिल्कुल बनेगी, बिल्कुल बनेगी। हिमाचल से कन्फर्म बनेगी और गुजरात से पूरी कांटे की टक्कर दे रहे हैं। चलो 1-1 इन्हों का स्कोर हो गया है और दिल्ली तो इन्होंने दस दिता भी असी पिछे हैं। हाँ जी, की कहना चाहोगे? जैसा मैंने पहले बताया कि दोनों जगह सरकार बन रही है और गुजरात में ऐतिहासिक सरकार बन रही है और जो आप देख रहे हैं हिमाचल में जो कुछ बताया जा रहा है उससे कहीं बेहतर स्थिति होगी भाजपा की। और MCD के अंदर MCD में जैसा इन्होंने खुद ही बता दिया, लेकिन फिर भी वहां पर बहुत अच्छी स्थिति में होगी बीजेपी सारी चीजों के बावजूद भी। आम आदमी मेयर बना पाएगी, क्योंकि आम आदमी का जो रवैया होता है, मेयर की बात कर रहा हूं। बिल्कुल आप इंतजार करिए, डिस्कशन हो गई, मैं तो रिजल्ट पूछ रहा हूं। उम्मीद दिख रही है कि क्योंकि वो एग्जिट पोल भी हो गया, ਤੁਸੀਂ ਵੀ ਆਪਣੇ ਆਪ ਨੂੰ ਇੱਕ ਸਰਵੇਖਣ ਤੁਹਾਡੇ ਸਰਵੇਖਣ ਵੀ ਲੈਣਾ ਚਾਹਨਾ। ਜੋ ਐਗਜ਼ਿਟ ਪੋਲ ਦੇ ਸਰਵੇ ਹੋਇਆ ਉਹਨਾਂ ਦੇ ਮੁਤਾਬਕ ਤਾਂ ਜਿਹੜਾ गुजरात के लग रहा है कि आम आदमी पार्टी वहां पर लोगों को गुमराह करने में फिर से कामयाब रही है, ऐसा दिख रहा है। देखते हैं क्या है, गुमराह करने में माहिर लोग हैं। आपके पंजाब में लोगों को गुमराह करके चले गए कहते हैं गुजरात, इस करके मन है वो कुछ भी कर सकते हैं मन बहलाने के लिए। अभी एक दिन का इंतजार करना चाहिए, हमें एक दिन का इंतजार करना चाहिए। एग्जिट पोल ਦੇ ਨਤੀਜੇ ਤੁਹਾਡੇ ਸਾਹਮਣੇ ਆ ਚੁੱਕੇ ਨੇ ਔਰ ਸਾਡੇ ਪੈਨਲ ਦੇ ਵਿੱਚ ਵੀ ਇਸ ਤੇ ਚਰਚਾ ਹੋਈ ਹੈ। ਲੇਕਿਨ ਐਗਜ਼ਿਟ ਪੋਲ ਵਾਕਈ ਸਹੀ ਹੈ ਜਾਂ ਗਲਤ ਹੈ ਇਹ ਤਾਂ 8 ਤਰੀਕ ਨੂੰ ਪਤਾ ਲੱਗੇਗਾ। ਪਰ ਐਗਜ਼ਿਟ ਪੋਲ ਦੇ ਮੁਤਾਬਕ ਜਿੰਨੇ ਵੀ ਸਰਵੇਖਣ ਹੋਏ ਆ ਸਾਰਿਆਂ ਨੇ ਗੁਜਰਾਤ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਦਿਖਾਈ ਦਿੱਤੀ ਹੈ ਤੇ ਨਾਲ ਦੇ ਨਾਲ ਅਗਰ ਹਿਮਾਚਲ ਦੀ ਗੱਲ ਕਰੀਏ ਤੇ ਉੱਥੇ ਕਾਂਟੇ ਦੀ ਟੱਕਰ ਜਿਹੜੀ ਹੈ ਦਿਖਾਈ ਦਿੱਤੀ ਹੈ। ਔਰ MCD ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਾਜੀ ਮਾਰਦੀ ਨਜ਼ਰ ਆ ਰਹੀ ਹੈ। ਹੁਣ ਦੇਖਣਾ ਹੋਊਗਾ ਇਹ ਐਗਜ਼ਿਟ ਪੋਲ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ। ਅਗਰ ਤੁਹਾਨੂੰ ਵੀ ਇਸ ਚਰਚਾ ਦੇ ਵਿੱਚ ਸ਼ਾਮਲ ਹੋਣਾ ਹੈ ਤੁਸੀਂ ਵੀ ਸਾਡੇ ਨੀਚੇ ਦਿੱਤੇ ਨੰਬਰਾਂ 'ਤੇ ਸ਼ਾਮਲ ਹੋ ਸਕਦੇ ਹੋ ਔਰ ਇਸ 'ਤੇ ਕਮੈਂਟ ਵੀ ਦੇ ਸਕਦੇ ਹੋ, ਆਪਣੀ ਰਾਏ ਵੀ ਦੇ ਸਕਦੇ ਹੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਤੁਹਾਡੀ ਰਾਏ ਕੀ ਆ ਗੁਜਰਾਤ ਬਾਰੇ, ਹਿਮਾਚਲ ਬਾਰੇ ਤੇ ਦਿੱਲੀ ਬਾਰੇ। ਸਮਾਂ ਹੋ ਗਿਆ, ਮੈਂ ਦੋਨੇ ਆਪਣੇ ਬੁੱਧੀਜੀਵੀਆਂ ਤੋਂ क्षमा चाहना और धन्यवाद करना कि तुसीं अपना समय कढ़ के इत्थे पहुंचे हो। बहुत बहुत धन्यवाद। नमस्कार, जय हिंद।